ਹੈਲੋ ਦੋਸਤੋ, ਜਿਹੜੀ ਆਪਾਂ ਨੂੰ ਆਈ ਗੋਟ ਹੈਲਥ ਐਪ ਦੇ ਉੱਤੇ ਦਿਕਸ਼ਾ ਐਪ ਦੇ ਵਿੱਚ ਜਾ ਕੇ ਆਪਾਂ ਨੂੰ ਕੋਵਿਡ-19 ਬਾਰੇ ਟ੍ਰੇਨਿੰਗ ਮਿਲ ਰਹੀ ਹੈ, ਉਸ ਦਾ ਇਹ ਦੂਸਰਾ ਲੈਸਨ ਹੈ। ਇਹ ਮੈਂ ਕੋਸ਼ਿਸ਼ ਕੀਤੀ ਹੈ ਵੀ ਆਪਾਂ ਪੰਜਾਬੀ 'ਚ ਬਣਾਈਏ, ਆਪਣੀ ਮਾਂ ਬੋਲੀ ਵਿੱਚ ਬਣਾਵਾਂ, ਤਾਂ ਜੋ ਆਪਾਂ ਨੂੰ ਬੱਚਿਆਂ ਨੂੰ ਸਮਝਾਉਣਾ ਹੈ ਜਿਹੜਾ ਉਹ ਸੌਖਾ ਹੋ ਜੇ। ਤਾਂ ਦੋਸਤੋ, ਇਹਦੇ ਵਿੱਚ ਇਹਨਾਂ ਨੇ ਇਹ ਵਧੀਆ ਟੌਪਿਕ ਇੱਕ ਚੂਜ਼ ਕੀਤਾ ਹੋਇਆ ਹੈਗਾ। ਇਹਦੇ ਵਿੱਚੋਂ ਮੈਂ ਪਹਿਲਾਂ ਇਹ ਦੱਸਾਂ ਵੀ ਮੇਰਾ ਇਹਦੇ ਵਿੱਚੋਂ ਕੋਈ ਵੀ ਸ਼ਬਦ ਹੈ ਜਿਹੜਾ ਉਹ ਆਪਦਾ ਨਹੀਂ ਹੋਵੇਗਾ, ਵੀ ਮੈਂ ਸਿਰਫ ਜੋ ਇਹਨਾਂ ਨੇ ਲਿਖਿਆ ਹੋਇਆ ਹੈ, ਜੋ ਇਹ ਸਲਾਈਡਾਂ ਠੀਕ ਨਾ ਦਿੱਲੀ ਏਮਜ਼ ਵੱਲੋਂ ਬਣਾਈਆਂ ਹੋਈਆਂ ਨੇ, ਮੈਂ ਸਿਰਫ ਉਹਨਾਂ ਦੀ ਪੰਜਾਬੀ ਹੀ ਕਰਾਂਗਾ, ਪੰਜਾਬੀ ਵਿੱਚ ਹੀ ਉਹਨਾਂ ਨੂੰ ਸਮਝਾਵਾਂਗਾ। ਠੀਕ ਹੈ ਜੀ। ਤਾਂ ਇਹਨਾਂ ਨੇ ਬਣਾਇਆ ਹੈ ਵੀ ਕਿਸ ਤਰ੍ਹਾਂ ਜਿਹੜੇ 20-25 ਝੂਠ ਹੈ ਜਿਹੜੇ ਉਹ ਕੋਵਿਡ-19 ਬਾਰੇ ਉਹਨਾਂ ਸਮਾਜ ਵਿੱਚ ਫੈਲੇ ਹੋਏ ਨੇ, ਆਪਾਂ ਉਹਨਾਂ ਪ੍ਰਤੀ ਜਾਗਰੂਕ ਕਰਨਾ ਹੈ, ਆਪਣੇ ਆਪ ਨੂੰ ਵੀ ਅਤੇ ਵਿਦਿਆਰਥੀਆਂ ਨੂੰ ਵੀ ਅਤੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਵੀ। ਠੀਕ ਹੈ ਜੀ। ਤਾਂ ਦੇਖੋ, ਪਹਿਲਾ ਜਿਹੜਾ ਮਿਥ 1 ਹੈ, ਜਿਹੜਾ ਪਹਿਲਾ ਝੂਠ ਹੈ, ਆਪਾਂ ਉਸ ਉੱਤੇ ਚੱਲਦੇ ਹਾਂ। ਪਹਿਲਾ ਝੂਠ ਇਹਨਾਂ ਨੇ ਕੀ ਕਿਹਾ ਜੀ, ਕੋਵਿਡ-19 ਵਾਇਰਸ ਕੈਨ ਨਾਟ ਬੀ ਟਰਾਂਸਮਿਟਡ ਇਨ ਏਰੀਆ ਵਿਦ ਹੌਟ ਐਂਡ ਹਿਊਮਿਡ ਕਲਾਈਮੇਟ। ਤੁਸੀਂ ਵੀ ਦੇਖੋ ਜੀ, ਇਹ ਪੜ੍ਹਿਆ ਹੋਊਗਾ ਵੀ ਵਟਸਐਪ 'ਤੇ ਆਇਆ ਹੈਗਾ ਹੈ ਨਾ, ਵੀ ਜਿਹੜਾ ਵੀ ਜਿੱਥੇ ਕਹਿੰਦੇ ਗਰਮੀ ਜ਼ਿਆਦਾ ਹੋ ਜੇ ਵੀ ਉੱਥੇ ਕੋਵਿਡ-19 ਹੈ ਜਿਹੜਾ ਉਹ ਫੈਲਦਾ ਨਹੀਂ ਹੈ। ਤਾਂ ਇਹਨਾਂ ਨੇ ਉਹਦਾ ਉੱਤਰ ਕੀ ਦਿੱਤਾ ਜੀ, ਕਹਿੰਦਾ ਰਿਗਾਰਡਲੈਸ ਆਫ ਕਲਾਈਮੇਟ ਕੰਡੀਸ਼ਨ, ਵੀ ਕਲਾਈਮੇਟ ਕੰਡੀਸ਼ਨ ਨੂੰ ਛੱਡ ਦਿਓ, ਉਹਨਾਂ ਚੀਜ਼ਾਂ ਨੂੰ ਛੱਡ ਕੇ ਮੇਨਟੇਨ ਸੋਸ਼ਲ ਡਿਸਟੈਂਸਿੰਗ ਐਂਡ ਅਡਾਪਟ ਪ੍ਰੋਟੈਕਟਿਵ ਮੈਜ਼ਰਮੈਂਟ। ਠੀਕ ਹੈ, ਕੀ ਕਰੋ, ਸੋਸ਼ਲ ਡਿਸਟੈਂਸਿੰਗ ਕਰੋ ਐਂਡ ਪ੍ਰੋਟੈਕਟ ਮੈਜ਼ਰ ਇਨ ਵੈਨਐਵਰ ਠੀਕ ਨਾ ਡੈਮੋਗ੍ਰਾਫਿਕ ਏਰੀਆ ਯੂ ਲਿਵ। ਮਤਲਬ ਤੁਸੀਂ ਠੀਕ ਨਾ ਜਿਹੜੇ ਮੈਜ਼ਰਮੈਂਟ ਅਸੀਂ ਕਹੇ ਨੇ ਵੀ ਭਾਈ ਪ੍ਰੋਟੈਕਸ਼ਨ ਦੇ, ਯਾਨੀ ਕਿ ਮਾਸਕ ਵਰਤੋ, ਠੀਕ ਨਾ, ਹੱਥ ਧੋਵੋ, ਤੁਸੀਂ ਵੈਨਐਵਰ ਯੂ ਲਿਵ ਇਨ ਠੀਕ ਨਾ ਐਨੀ ਡੈਮੋਗ੍ਰਾਫਿਕ ਏਰੀਆ, ਮਤਲਬ ਤੁਸੀਂ ਕਿਤੇ ਵੀ ਰਹਿੰਦੇ ਹੋ, ਚਾਹੇ ਉਹ ਗਰਮ ਹੈ ਚਾਹੇ ਠੰਡਾ ਹੈ, ਇਹਦਾ ਇਹ ਮੈਟਰ ਨਹੀਂ ਕਰਦਾ। ਠੀਕ ਹੈ, ਔਰ ਟਰੈਵਲ ਔਰ ਇਨ ਏਰੀਆ ਵੇਅਰ ਪੀਪਲ ਹੈਜ਼ ਟੈਸਟਡ ਪੋਜ਼ੀਟਿਵ ਫੋਰ ਕੋਵਿਡ-19। ਚਾਹੇ ਤੁਸੀਂ ਯਾਤਰਾ ਕਰੀ ਜਾਂਦੇ ਹੋ, ਚਾਹੇ ਤੁਸੀਂ ਇਹੋ ਜਿਹੇ ਖੇਤਰ 'ਚ ਰਹਿੰਦੇ ਹੋ ਜਿੱਥੇ ਕੋਵਿਡ-19 ਦੇ ਪੇਸ਼ੈਂਟ ਜਿਹੜੇ ਪੋਜ਼ੀਟਿਵ ਮਿਲੇ ਆ, ਤਾਂ ਇਸ ਦਾ ਟੈਂਪਰੇਚਰ ਨਾਲ ਕੋਈ ਸੰਬੰਧ ਨਹੀਂ ਹੈ। ਠੀਕ ਹੈ ਜੀ। ਦਾ ਬੈਸਟ ਵੇ ਟੂ ਪ੍ਰੋਟੈਕਟ ਯੂਅਰ ਸੈਲਫ ਅਗੇਂਸਟ ਕੋਵਿਡ-19 ਇਜ਼ ਹੈਂਡ ਵਾਸ਼ਿੰਗ। ਕੀ ਕਿਹਾ ਜੀ ਇਹਨਾਂ ਨੇ, ਹੈਂਡ ਵਾਸ਼ਿੰਗ ਬਾਈ ਡੂਇੰਗ ਯੂ ਐਲੀਮੀਨੇਟ ਵਾਇਰਲ ਕੰਟੈਮੀਨੇਸ਼ਨ ਇਫ ਐਨੀ। ਹੈਂਡ ਵਾਸ਼ਿੰਗ ਨੂੰ ਇਹਨਾਂ ਨੇ ਕਿਹਾ ਵੀ ਹੱਥ ਧੋਣਾ ਹੈ ਨਾ ਵਾਇਰਸ ਤੋਂ ਬਚਣਾ ਹੀ ਹੈ। ਠੀਕ ਹੈ ਨਾ। ਇਫ ਐਨੀ ਔਨ ਯੂਅਰ ਹੈਂਡਸ ਐਂਡ ਪ੍ਰੀਵੈਂਟ ਟਰਾਂਸਮਿਸ਼ਨ ਆਫ ਇਨਫੈਕਸ਼ਨ ਬਾਏ ਟਚਿੰਗ ਯੂਅਰ ਆਈਜ਼ ਮਾਊਥ ਐਂਡ ਨੋਜ਼। ਇਹ ਬਹੁਤ ਵਧੀਆ ਗੱਲ ਇਹਨਾਂ ਨੇ ਲਿਖੀ ਹੋਈ ਹੈ ਵੀ ਤੁਸੀਂ ਕੀ ਕਰਨਾ ਹੈ, ਆਪਦੇ ਨੱਕ ਨੂੰ, ਆਪਦੇ ਮੂੰਹ ਨੂੰ ਅਤੇ ਆਪਦੀਆਂ ਅੱਖਾਂ ਨੂੰ ਬਾਰ-ਬਾਰ ਹੱਥ ਲਾਉਣ ਤੋਂ ਬਚਾਉਣਾ ਹੈ। ਠੀਕ ਹੈ ਜੀ। ਤਾਂ ਇਹ ਜਿਹੜਾ ਪਹਿਲਾ ਝੂਠ ਹੈ, ਇਹਨਾਂ ਨੇ ਦੱਸਿਆ ਵੀ ਇਹ ਗਰਮੀ ਜਾਂ ਟੈਂਪਰੇਚਰ ਨਾਲ ਇਹ ਠੀਕ ਨਹੀਂ ਹੁੰਦਾ, ਇਸ ਦਾ ਕੋਈ ਇਸ ਦੇ ਉੱਤੇ ਪ੍ਰਭਾਵ ਨਹੀਂ ਹੈ। ਤਾਂ ਆਪਾਂ ਅੱਗੇ ਦੂਜੇ 'ਤੇ ਚੱਲਦੇ ਹਾਂ ਜੀ। ਠੀਕ ਹੈ। ਤਾਂ ਦੂਜਾ ਇਹਨਾਂ ਨੇ ਕੀ ਦੱਸਿਆ ਹੈ, ਦੂਜਾ ਕੋਲਡ ਵੈਦਰ ਐਂਡ ਸਨੋ ਕੈਨ ਕਿਲ ਦਾ ਨੋਵਲ ਕਰੋਨਾ ਵਾਇਰਸ। ਕੀ ਕਹਿੰਦਾ ਵੀ ਜਿਹੜਾ ਮਤਲਬ ਠੰਡੀਆਂ ਥਾਵਾਂ, ਕੋਲਡ ਠੰਡਾ ਮੌਸਮ ਅਤੇ ਬਰਫ਼, ਠੀਕ ਹੈ, ਕੀ ਕਹਿੰਦਾ ਇਹ ਮਾਰ ਸਕਦੀ ਹੈ ਕਰੋਨਾ ਵਾਇਰਸ ਨੂੰ। ਇਹ ਵੀ ਇੱਕ ਲੋਕ ਮਤਲਬ ਅੰਦਾਜ਼ਾ ਲਾਈ ਬੈਠੇ ਹੈ। ਨੋਵਲ ਕਰੋਨਾ ਵਾਇਰਸ, ਮੈਂ ਤੁਹਾਨੂੰ ਦੱਸਾਂ, ਨੋਵਲ ਦਾ ਮਤਲਬ ਹੁੰਦਾ ਨਵਾਂ, ਨਿਊ। ਤਾਂ ਇਹ ਨਵਾਂ ਵਾਇਰਸ ਪੈਦਾ ਹੋਇਆ, ਤਾਂ ਕਰਕੇ ਇਹਦਾ ਨਾਂ ਰੱਖਿਆ ਗਿਆ ਨੋਵਲ ਕਰੋਨਾ ਵਾਇਰਸ। ਹੁਣ ਦੇਖੋ ਜੀ, ਇਹਨਾਂ ਨੇ ਕੀ ਲਿਖਿਆ ਹੈ, ਦਾ ਨੋਰਮਲ ਟੈਂਪਰੇਚਰ ਆਫ ਦਾ ਬੋਡੀ ਆਫ ਦਾ ਹਿਊਮਨ। ਠੀਕ ਹੈ ਜੀ। ਨੋਰਮਲ ਟੈਂਪਰੇਚਰ ਆਫ ਦਾ ਬੋਡੀ ਰਿਮੇਨ ਅਰਾਊਂਡ 36.5 ਡਿਗਰੀ ਸੈਲਸੀਅਸ ਤੋਂ 37 ਡਿਗਰੀ ਸੈਲਸੀਅਸ ਰਿਗਾਰਡਲੈਸ ਆਫ ਦਾ ਐਕਸਟਰਨਲ ਟੈਂਪਰੇਚਰ ਆਫ ਦਾ ਔਰ ਵੈਦਰ। ਠੀਕ ਹੈ ਜੀ। ਆਪਾਂ ਨੂੰ ਪਤਾ ਵੀ ਜਿਹੜਾ ਨਾਰਮਲ ਟੈਂਪਰੇਚਰ ਹੁੰਦਾ ਹੈ ਉਹ ਮਨੁੱਖ ਦਾ ਇੰਨਾ ਹੁੰਦਾ ਹੈ। ਦਾ ਮੋਸਟ ਇਫੈਕਟਿਵ ਵੇ ਟੂ ਪ੍ਰੋਟੈਕਟ ਯੂਅਰ ਸੈਲਫ ਅਗੇਂਸਟ ਐਨੀ ਇਨਫੈਕਸ਼ਨ ਇਜ਼ ਅਗੇਨ ਸੋਸ਼ਲ ਡਿਸਟੈਂਸਿੰਗ। ਤਾਂ ਇੱਥੇ ਵੀ ਇਹਨਾਂ ਨੇ ਕੀ ਕਿਹਾ ਵੀ ਟੈਂਪਰੇਚਰ ਨਾਲ ਕੋਈ ਫਰਕ ਨਹੀਂ ਪੈਂਦਾ। ਠੀਕ ਹੈ, ਵੱਧਦਾ ਚਾਹੇ ਘੱਟ ਹੈ। ਠੀਕ ਹੈ, ਸਿਰਫ ਸੋਸ਼ਲ ਡਿਸਟੈਂਸਿੰਗ ਹੈ ਜਿਹੜੀ ਉਹ ਅੱਗੇ ਸਮਝਾਇਆ ਇਹਨਾਂ ਨੇ ਲੈਸਨ 3 ਦੇ ਵਿੱਚ। ਤੁਸੀਂ ਜੇ ਵੀਡੀਓ ਦਿਕਸ਼ਾ ਐਪ ਵਾਲੀ ਸਾਰੀ ਦੇਖੋਗੇ ਤਾਂ ਇਹਨਾਂ ਨੇ ਬੜਾ ਵਧੀਆ ਤਰੀਕੇ ਨਾਲ ਸਮਝਾਇਆ ਹੋਇਆ ਹੈਗਾ। ਕੋਸ਼ਿਸ਼ ਮੈਂ ਕਰੂੰਗਾ ਵੀ ਆਪਾਂ ਉਹ ਵੀ ਪੰਜਾਬੀ ਵਿੱਚ ਤਿਆਰ ਕਰੀਏ ਤਾਂ ਜੋ ਬੱਚਿਆਂ ਨੂੰ ਵਧੀਆ ਸਮਝ ਆ ਜਾਏ। ਠੀਕ ਹੈ ਜੀ। ਅੱਛਾ, ਇਫ ਅਗੇਨ ਸੋਸ਼ਲ ਡਿਸਟੈਂਸਿੰਗ ਐਂਡ ਫ੍ਰੀਕੁਐਂਟ ਹੈਂਡ ਕਲੀਨਿੰਗ ਵਿਦ ਅਲਕੋਹਲ ਬੇਸਡ ਹੈਂਡ ਰਬ ਔਰ ਵਾਸ਼ਿੰਗ ਦੈਮ ਵਿਦ ਸੋਪ ਐਂਡ ਵਾਟਰ। ਠੀਕ ਹੈ ਜੀ। ਗੱਲ ਸੋਸ਼ਲ ਡਿਸਟੈਂਸਿੰਗ ਨੂੰ ਮੇਨ ਰੱਖਿਆ, ਹੈਂਡ ਵਾਸ਼ਿੰਗ ਨੂੰ ਮੇਨ ਰੱਖਿਆ। ਕਿਹਦੇ ਨਾਲ ਹੈਂਡ ਵਾਸ਼ ਕਰਨੇ ਆ,
ਅਲਕੋਹਲ ਬੇਸਡ ਹੈਂਡ, ਅਲਕੋਹਲ ਬੇਸਡ, ਠੀਕ ਹੈ ਜੀ। ਅਲਕੋਹਲ ਹੈ ਜਿਹੜਾ ਉਹਦੇ ਨਾਲ ਜਿਹੜੀਆਂ ਰਿਲੇਟਡ ਚੀਜ਼ਾਂ ਨੇ ਜੀ, ਉਹਦੇ ਨਾਲ ਆਪਾਂ ਕੀ ਕਰਨੇ ਆ, ਹੈਂਡ ਆ ਜਿਹੜੇ ਉਹ ਸਾਫ਼ ਕਰਨੇ ਆ, ਲਗਭਗ 20 ਸਕਿੰਟ ਤੱਕ ਆਪਾਂ ਸਾਫ਼ ਕਰਨੇ ਆ, ਠੀਕ ਹੈ ਜੀ ਗੱਲ। ਤਾਂ ਇਹ ਲਿਖਿਆ ਇਹਨਾਂ ਨੇ। ਤੀਜੇ ਤੇ ਆਉਣੇ ਆ ਜੀ। ਤਾਂ ਤੀਜਾ ਕੀ ਲਿਖਿਆ? ਤਾਂ ਤੀਜਾ ਇਹਨਾਂ ਨੇ ਲਿਖਿਆ ਜੀ, ਟੇਕਿੰਗ ਏ ਹੌਟ ਬਾਥ ਪ੍ਰੀਵੈਂਟ ਕੋਵਿਡ-19 ਡਿਸੀਜ਼ਸ। ਕੀ ਕਹਿੰਦਾ ਵੀ ਜੇ ਆਪਾਂ ਗਰਮ ਪਾਣੀ ਨਾਲ ਨਹਾਉਂਦੇ ਆ, ਕੀ ਕਹਿੰਦਾ ਫਿਰ ਆਪਾਂ ਕੋਵਿਡ-19 ਤੋਂ ਬਚ ਸਕਦੇ ਹਾਂ, ਠੀਕ ਹੈ ਨਾ। ਤਾਂ ਇੱਥੇ ਵੀ ਇਹਨਾਂ ਨੇ ਉਹੀ ਗੱਲ ਲਿਖੀ ਹੈ, ਨਾਰਮਲ ਟੈਂਪਰੇਚਰ ਬੋਡੀ ਦਾ ਇੰਨਾ ਹੁੰਦਾ, ਠੀਕ ਹੈ ਜੀ। ਅੱਛਾ, ਰਿਗਾਰਡਲੈਸ ਆਫ ਦਾ ਟੈਂਪਰੇਚਰ ਆਫ ਯੂਰ ਬਾਥ ਔਰ ਸ਼ਾਵਰ, ਠੀਕ ਹੈ ਨਾ। ਆਪਾਂ ਜਿਹੜਾ ਗਰਮ ਪਾਣੀ ਨਾਲ ਨਹਾਉਂਦੇ ਆ ਉਹ ਵੱਧ ਹੁੰਦਾ, ਠੀਕ ਹੈ। ਐਕਚੁਅਲੀ ਟੇਕਿੰਗ ਏ ਹੌਟ ਬਾਥ ਵਿਦ ਐਕਸਟ੍ਰੀਮਲੀ ਹੌਟ ਵਾਟਰ ਕੈਨ ਡੇਂਜਰਸ। ਕਹਿੰਦਾ ਵੀ ਜੇ ਤੁਸੀਂ ਗਰਮ ਪਾਣੀ ਨਾਲ ਨਹਾਉਂਦੇ ਹੋ ਤਾਂ ਇਹ ਖਤਰਾ ਹੈ, ਇਹ ਖਤਰਨਾਕ ਹੈ। ਐਜ਼ ਇਟ ਕੈਨ ਕੋਜ਼ ਬਰਨ ਇੰਜਰੀਜ਼ ਇੰਸਟੈਡ। ਇਸ ਨਾਲ ਤੁਹਾਡੀ ਜਿਹੜੀ ਚਮੜੀ ਹੈ ਉਹ ਬਰਨ ਹੋ ਸਕਦੀ ਹੈ, ਜ਼ਖਮ ਹੋ ਸਕਦੇ ਨੇ। ਤਾਂ ਇਹਨਾਂ ਨੇ ਟੋਟਲੀ ਲਿਖਿਆ ਥੱਲੇ ਵੱਡੇ ਅੱਖਰਾਂ 'ਚ ਅਨਟਰੂ, ਇਹ ਝੂਠ ਹੈ ਅਤੇ ਡੋਂਟ ਪ੍ਰੈਕਟਿਸ, ਅਤੇ ਇਸ ਦੀ ਘਰੇ ਕੋਈ ਪ੍ਰੈਕਟਿਸ ਨਾ ਕੀਤੀ ਜਾਵੇ ਜੀ, ਠੀਕ ਹੈ ਜੀ ਗੱਲ। ਤਾਂ ਚੌਥੇ 'ਤੇ ਚੱਲਦੇ ਆ ਜੀ। ਚੌਥਾ ਜਿਹੜਾ ਝੂਠ ਫੈਲਿਆ ਹੋਇਆ ਉਹ ਕੀ ਹੈ? ਦ ਨੋਵਲ ਕਰੋਨਾ ਵਾਇਰਸ ਕੈਨ ਟਰਾਂਸਮਿਟਡ ਥਰੂ ਮੋਸਕੀਟੋ। ਕੀ ਇਹ ਮੱਛਰ ਦੇ ਕੱਟਣ ਨਾਲ ਫੈਲਦਾ ਹੈ? ਟੂ ਡੇਟ ਇਹਨਾਂ ਨੇ ਕੀ ਉੱਤਰ ਦਿੱਤਾ ਜੀ? ਆਪਾਂ ਪੜ੍ਹਦੇ ਹਾਂ ਪਹਿਲਾ ਪੁਆਇੰਟ, ਠੀਕ ਹੈ ਜੀ। ਤਾਂ ਕੀ ਹੈ? ਦੇਅਰ has been no evidence to suggest that novel coronavirus could be transmitted through mosquito bite। ਕਹਿੰਦਾ ਹੁਣ ਤੱਕ ਕੋਈ ਇਹੋ ਜਿਹਾ ਕੇਸ ਨਹੀਂ ਮਿਲਿਆ ਜਿਹਦੇ ਨਾਲ ਆਪਾਂ ਇਹ ਦੱਸ ਸਕੀਏ ਵੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਦਾ ਨੋਵਲ ਕਰੋਨਾ ਵਾਇਰਸ ਇਜ਼ ਐਨ ਏਅਰਬੋਰਨ ਵਾਇਰਸ। ਹਵਾ ਦੇ ਵਿੱਚ ਪੈਦਾ ਹੋਇਆ, ਇਹ ਹਵਾ ਦੇ ਰਾਹੀਂ ਪੈਦਾ ਹੋਇਆ, ਵਿਚ ਸਪਰੈਡ ਪ੍ਰਾਇਮਲੀ ਥਰੂ ਐਰੋਸੋਲ ਔਰ ਡ੍ਰੋਪਲੈਟਸ। ਐਰੋਸੋਲ ਯਾਨੀ ਕਿ ਹਵਾ ਦੁਆਰਾ, ਠੀਕ ਹੈ। ਐਰੋਸੋਲ ਹੁੰਦਾ ਹੈ ਵੀ ਇਕੱਲੀ ਹਵਾ ਨਾ ਹੋਵੇ ਜਿਹਦੇ ਵਿੱਚ ਆਪਾਂ ਕਹਿ ਦਈਏ ਪਾਣੀ ਦੇ ਤੁਪਕੇ ਹੋਣ, ਯਾਨੀ ਕਿ ਨਮੀ ਜ਼ਿਆਦਾ ਹੋਵੇ, ਇਹੋ ਜਿਹੀ ਹਵਾ, ਠੀਕ ਹੈ। ਅੱਛਾ, ਐਂਡ ਡ੍ਰੋਪਲੈਟ ਜਨਰੇਟਰ ਔਰ ਰਿਲੀਜ਼ਡ ਵੈਨ ਐਨ ਇਫੈਕਟਡ ਪਰਸਨ ਕਫ ਔਰ ਸਨੀਜ। ਜਾਂ ਤਾਂ ਇਹ ਕਹਿੰਦਾ ਮਤਲਬ ਐਰੋਸੋਲ, ਜਾਂ ਜਿਹੜੇ ਡ੍ਰੌਪ ਪੈਦਾ ਹੁੰਦੇ ਨੇ, ਜਿਵੇਂ ਮੈਂ ਛਿੱਕ ਮਾਰੀ, ਠੀਕ ਹੈ, ਤਾਂ ਉਹਦੇ ਜਿਹੜੇ ਤੁਪਕੇ ਨੇ ਉਹ ਗਾਹਾਂ ਕਿਸੇ ਤੱਕ ਪਹੁੰਚ ਗਏ, ਇਸ ਤਰ੍ਹਾਂ ਫੈਲਦਾ ਹੈ। ਜਾਂ ਫਿਰ ਕਹਿੰਦਾ ਵੀ ਜੇ ਕਿਸੇ ਨੂੰ ਖੰਘ ਹੈ, ਸਨੀਜ, ਜ਼ੁਕਾਮ ਹੈ, ਠੀਕ ਹੈ, ਔਰ ਥਰੂ ਸਲਾਈਵਾ, ਥੁੱਕ, ਜਾਂ ਨੈਸਲ ਡਿਸਚਾਰਜ, ਜਾਂ ਨੈਸਲ ਮਤਲਬ ਨਾਸਾਂ, ਨੱਕ ਰਾਹੀਂ, ਠੀਕ ਹੈ, ਇਹ ਫੈਲਦਾ। ਇਹ ਕਿਸੇ ਮੱਛਰ ਦੇ ਕੱਟਣ ਨਾਲ ਨਹੀਂ ਫੈਲਦਾ। ਜਿਹੜੇ ਮੱਛਰ ਦੇ ਕੱਟਣ ਵਾਲੀ ਗੱਲ ਹੈ ਉਹ ਕੀ ਹੈ ਜੀ? ਉਹ ਅਨਟਰੂ ਹੈ। ਪੰਜਵੇਂ, ਠੀਕ ਹੈ ਨਾ, ਝੂਠ 'ਤੇ ਚੱਲਦੇ ਆ। ਜਿਹੜਾ ਫੈਲਿਆ ਹੋਇਆ, ਆਰ ਹੈਂਡ ਡਰਾਇਰ ਇਫੈਕਟਿਵ ਇਨ ਕਿਲਿੰਗ ਦਾ ਨਿਊ ਕਰੋਨਾ ਵਾਇਰਸ। ਕਹਿੰਦੇ ਜਿਹੜੇ ਹੈਂਡ ਡਰਾਇਰ ਲੱਗੇ ਹੁੰਦੇ ਨੇ, ਤੁਸੀਂ ਕਈ ਬਾਥਰੂਮਾਂ 'ਚ ਦੇਖੇ ਹੋਣਗੇ, ਕਈ ਕੰਟਰੀਜ਼ 'ਚ ਦੇਖੇ ਹੋਣਗੇ ਵੀ ਹੱਥ ਧੋਣ ਤੋਂ ਬਾਅਦ ਹੱਥ ਸੁਕਾਉਣ ਵਾਲੇ ਵੀ ਲੱਗੇ ਹੁੰਦੇ ਆ, ਵੀ ਥੱਲੇ ਕਰੋ ਹੱਥ ਹੈ ਜਿਹੜੇ ਉਹ ਸੁੱਕ ਜਾਂਦੇ ਆ। ਕਹਿੰਦਾ ਵੀ ਇਹ ਕੀ ਸਹੀ ਨੇ ਵੀ ਕਰੋਨਾ ਵਾਇਰਸ ਨੂੰ ਮਾਰ ਦਿੰਦੇ ਆ? ਇਹਨਾਂ ਨੇ ਲਿਖਿਆ ਜੀ ਨਹੀਂ, ਨੋ ਹੈਂਡ ਡਰਾਇਰ ਆਰ ਨੋਨ ਟੂ ਬੀ ਇਫੈਕਟਿਵ ਇਨ ਕਿਲਿੰਗ 2019, ਠੀਕ ਨਾ, ਕੋਵਿਡ-19, ਯਾਨੀ ਕਿ ਕੋਵਿਡ-19 ਨੂੰ ਇਹ ਮਾਰਨ ਵਾਸਤੇ ਸਹੀ ਨਹੀਂ ਹੈ। ਟੂ ਪ੍ਰੋਟੈਕਟ ਯੂਰ ਸੈਲਫ ਅਗੇਂਸਟ ਦਾ ਨਿਊ ਕਰੋਨਾ ਵਾਇਰਸ ਫ੍ਰੀਕੁਐਂਟਲੀ ਕਲੀਨ ਯੂਰ ਹੈਂਡ। ਆਪਦੇ ਹੱਥ ਧੋਵੋ ਅਲਕੋਹਲ ਦੇ ਨਾਲ, ਅਲਕੋਹਲ ਬੇਸਡ, ਠੀਕ ਹੈ ਨਾ, ਕਿਸੇ ਵੀ ਚੀਜ਼ ਦੇ ਨਾਲ, ਸਾਬਣ ਨਾਲ, ਪਾਣੀ ਨਾਲ। ਵੰਸ ਯੂਅਰ ਹੈਂਡ ਆਰ ਕਲੀਨਡ, ਜਦੋਂ ਤੁਹਾਡੇ ਇੱਕ ਵਾਰੀ ਕਹਿੰਦਾ ਹੱਥ ਸਾਫ਼ ਹੋ ਗਏ, ਠੀਕ ਹੈ, ਦੈਨ ਥਰੋਲੀ ਬਾਈ ਯੂਜ਼ਿੰਗ ਪੇਪਰ ਔਰ ਟਾਵਲ ਏ ਵਾਰਮ ਡਰਾਇਰ। ਤਾਂ ਇਹ ਹੋ ਸਕਦਾ ਵੀ ਤੁਸੀਂ ਜਿਹੜਾ ਉਹ ਹੈਂਡ ਡਰਾਇਰ ਹੈ ਤੁਸੀਂ ਉਹਦੇ ਨਾਲ ਹੱਥ ਸੁਕਾ ਲਓ, ਠੀਕ ਹੈ ਨਾ। ਉਦੋਂ ਚੰਗਾ ਤਾਂ ਕਹਿੰਦਾ, ਠੀਕ ਹੈ ਨਾ, ਯੂਜ਼ ਕਰੋ ਪੇਪਰ ਟਾਵਲ ਜਾਂ ਕੋਈ, ਠੀਕ ਹੈ ਨਾ, ਵਾਰਮ ਏਅਰ ਡਰਾਇਰ ਆਪਾਂ ਯੂਜ਼ ਕਰ ਸਕਦੇ ਹਾਂ। ਸਿਰਫ ਹੱਥ ਸੁਕਾਉਣ ਵਾਸਤੇ ਹੈ ਇਹ, ਇਹਦਾ ਕੋਈ ਵਾਇਰਸ ਨਾਲ ਸੰਬੰਧ ਨਹੀਂ ਹੈ ਜੀ, ਠੀਕ ਹੈ ਜੀ। ਤਾਂ ਅੱਗੇ ਚੱਲਦੇ ਜੀ ਛੇਵੇਂ ਝੂਠ 'ਤੇ। ਕੈਨ ਐਨ ਅਲਟਰਾਵਾਇਲਟ ਡਿਸਇਨਫੈਕਸ਼ਨ ਲੈਂਪ ਕਿਲ ਦਾ ਨਿਊ ਕਰੋਨਾ ਵਾਇਰਸ। ਕਈ ਦੇਸ਼ਾਂ ਦੇ ਵਿੱਚ ਅਲਟਰਾਵਾਇਲਟ ਲੈਂਪ ਲੱਗੇ ਹੋਏ ਨੇ ਜਿਹੜੇ ਅਲਟਰਾਵਾਇਲਟ ਰੇਡੀਏਸ਼ਨ ਨੂੰ ਛੱਡਦੇ ਨੇ, ਠੀਕ ਹੈ। ਤਾਂ ਕੀ ਕਹਿੰਦਾ ਉਹ, ਜਾਂ ਕਈ ਹੋਰ ਥਾਵਾਂ 'ਤੇ ਕੰਮ ਆਉਂਦੇ ਹੋਣਗੇ ਇਹ, ਠੀਕ ਹੈ। ਤਾਂ ਕੀ ਉਹ ਕਰੋਨਾ ਵਾਇਰਸ ਤੋਂ ਬਚਾ ਸਕਦੇ ਆ? UV lamp should not be used to sanitize hand or other area of skin. A UV radiation can harmful and can cause skin irritation। ਠੀਕ ਹੈ ਜੀ, ਜਿਹੜੇ ਇਹ UV ਲੈਂਪ ਨੇ ਇਹ ਵੀ ਨਹੀਂ ਵਰਤੇ ਜਾ ਸਕਦੇ, ਇਹ ਸੈਨੀਟਾਈਜ਼ ਕਰਨ ਦੇ ਕੰਮ ਨਹੀਂ ਆਉਂਦੇ। ਤਾਂ ਇਹ ਕੀ ਕਰਦੇ ਆ, ਈਵਨ ਕਿ ਇਹ ਆਪਣੀ ਸਕਿਨ ਵਾਸਤੇ UV ਰੇਡੀਏਸ਼ਨ ਹੈ ਜਿਹੜੀਆਂ ਉਹ ਹਾਰਮਫੁਲ ਹੀ ਨੇ। ਤਾਂ ਇਹ ਵੀ ਜਿਹੜਾ ਹੈ ਜੀ ਇੱਕ ਅਨਟਰੂ ਹੈ, ਇਹਨਾਂ ਨੇ ਲਿਖਿਆ ਜੀ। 7ਵੇਂ 'ਤੇ ਚੱਲਦੇ ਹਾਂ। ਹਾਊ
7वें ਤੇ ਚੱਲਦੇ ਆ ਜੀ। 7ਵਾਂ ਕੀ ਕਹਿੰਦਾ ਹੈਗਾ, ਤਾਂ 7वें ਦੇਖੋ ਲਿਖਿਆ ਹੈ ਆਰ ਥਰਮਲ ਸਕੈਨਰ ਇਨ ਡਿਟੈਕਟਿੰਗ ਪੀਪਲ ਇਨਫੈਕਟਡ ਵਿਦ ਨਿਊ ਕਰੋਨਾ ਵਾਇਰਸ। ਤੁਸੀਂ ਥਰਮਲ ਸਕੈਨਰ ਸੁਣਿਆ ਹੋਊਗਾ ਕਿਤੇ, ਉਹ ਵੱਡੇ ਕੈਮਰੇ ਜਿਹੇ ਹੁੰਦੇ ਆ ਜਿਨ੍ਹਾਂ ਵਿੱਚ ਦੀ ਮਤਲਬ ਬੰਦੇ ਦਾ ਟੈਂਪਰੇਚਰ ਪਤਾ ਲੱਗਦਾ ਵੀ ਉਹ ਕਿੰਨਾ ਕੁ, ਜੇ ਲਾਲ ਜਿਹਾ ਦਿਖਣ ਲੱਗ ਜੇ, ਪੀਲਾ ਜਿਹਾ ਦਿਖਣ ਲੱਗ ਜੇ ਵੀ ਉਹ ਜ਼ਿਆਦਾ ਗਰਮ ਹੈ, ਜ਼ਿਆਦਾ ਠੰਡਾ ਹੈ। ਕਹਿੰਦਾ ਕਿ ਇਹਨਾਂ ਦੇ ਰਾਹੀਂ, ਠੀਕ ਹੈ ਨਾ, ਕਿਸੇ ਕਰੋਨਾ ਵਾਇਰਸ ਵਿਅਕਤੀ ਦਾ ਪਤਾ ਲੱਗ ਸਕਦਾ ਹੈ। ਹੁਣ ਇਹਨਾਂ ਨੇ ਕੀ ਉੱਤਰ ਦਿੱਤਾ ਜੀ, ਥਰਮਲ ਸਕੈਨਰ ਹੈਜ਼ ਏ ਲਿਮਟਡ ਰੋਲ ਇਨ ਸਕਰੀਨਿੰਗ ਏ ਪਰਸਨ ਹੂ ਹੈਵ ਰਾਈਜ਼ਡ ਬੋਡੀ ਟੈਂਪਰੇਚਰ ਟੂ ਐਨੀ ਕਾਜ਼। ਇਹਦਾ ਕਹਿੰਦਾ ਬਹੁਤ ਥੋੜ੍ਹਾ ਰੋਲ ਹੈ, ਠੀਕ ਹੈ ਨਾ, ਵੀ ਕਿਸੇ ਦਾ ਤਾਪਮਾਨ ਮਾਪਣ ਵਾਸਤੇ ਇਹ ਕੰਮ ਆਉਂਦਾ ਹੈ, ਠੀਕ ਹੈ ਜੀ। ਇਟ ਇਜ਼ ਨਾਈਦਰ ਏ ਡਾਇਗਨੋਸਟਿਕ ਟੂਲ, ਇਹ ਕੋਈ ਮਤਲਬ ਮਸ਼ੀਨ ਨਹੀਂ ਹੈ, ਇਹ ਕੋਈ ਇਹੋ ਜਿਹਾ ਯੰਤਰ ਨਹੀਂ ਹੈ, ਠੀਕ ਹੈ, ਟੂ ਡਿਟੈਕਟ ਐਨੀ ਪਰਸਨ ਹੂ ਮੇ ਬੀ ਇਨਫੈਕਟਡ ਬਟ ਨੋਟ ਯੈਟ ਸਿਕ ਵਿਦ ਫੀਵਰ, ਠੀਕ ਹੈ ਜੀ। ਤਾਂ ਮਤਲਬ ਇਹ ਕੋਈ ਕੋਵਿਡ-19 ਹੈ ਜਾਂ ਨਹੀਂ ਹੈ ਉਹ ਦੱਸਣ ਵਾਲਾ ਨਹੀਂ ਹੈ। ਇਹ ਸਿਰਫ ਇਹ ਇੰਨਾ ਕੁ ਦੱਸ ਸਕਦਾ ਹੈ ਵੀ ਇਹਦਾ ਟੈਂਪਰੇਚਰ ਵੱਧ ਹੈ ਜਾਂ ਘੱਟ ਹੈ, ਵੀ ਇਹਨੂੰ ਨੋਰਮਲੀ ਹੈ ਜਿਹੜਾ ਉਹ ਟੈਂਪਰੇਚਰ 37 ਡਿਗਰੀ ਸੈਲਸੀਅਸ ਨਾਲੋਂ ਟੈਂਪਰੇਚਰ ਵੱਧ ਘੱਟ ਹੈ। ਸਿੰਸ ਦਾ ਵਨ ਸੈਟ ਆਫ ਸਿੰਪਟਮ ਮੇ ਅਕਰ ਬਿਟਵੀਨ 2 to 10 ਡੇਜ਼। ਹਾਂ, ਇਹਦੇ ਨਾਲ ਇਹ ਹੋ ਸਕਦਾ ਹੈ ਵੀ ਉਸ ਵਿਅਕਤੀ 'ਤੇ ਥੋੜ੍ਹਾ ਜਿਹਾ ਉਹਦਾ ਉਹ ਖਿਆਲ ਰੱਖਿਆ ਉਹਦਾ, ਕਿਉਂਕਿ 2 ਜਾਂ 10 ਦਿਨਾਂ ਦੇ ਵਿੱਚ ਹੋ ਸਕਦਾ ਵੀ ਉਹਦੇ ਵਿੱਚ ਕੋਈ ਸਿੰਪਟਮ ਹੈ ਜਿਹੜੇ ਉਹ ਨਿਕਲ ਆਉਣ, ਠੀਕ ਹੈ ਜੀ ਗੱਲ। ਤਾਂ ਇਹ ਜਿਹੜਾ ਥਰਮਲ ਸਕੈਨਰ ਹੈ ਇਹ ਵੀ ਕੋਈ ਮਸ਼ੀਨ ਨਹੀਂ ਹੈ, ਵੀ ਇਹ ਵੀ ਹੈ ਜਿਹੜਾ ਇੱਕ ਮਤਲਬ ਇਹਨਾਂ ਨੇ ਦੇਖੋ ਅਨਟਰੂ ਨਹੀਂ ਲਿਖਿਆ ਇਸ ਵਿੱਚ, ਤਾਂ ਮਤਲਬ ਕਿਤੇ ਨਾ ਕਿਤੇ 1% ਚਲੋ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਕ ਮਸ਼ੀਨ ਇਸ ਤਰ੍ਹਾਂ ਦੀ ਹੈ ਜਿਹਦੇ ਨਾਲ ਆਪਾਂ ਉਹਦੀ ਬੋਡੀ ਟੈਂਪਰੇਚਰ ਹੈ ਜਿਹੜਾ ਦੇਖ ਸਕਦੇ ਹਾਂ। ਅੱਗੇ ਚੱਲਦੇ ਹਾਂ ਜੀ। ਝੂਠ ਹੈ ਜਿਹੜਾ 8ਵਾਂ ਕੀ ਹੈ, ਕੈਨ ਸਪਰੇਇੰਗ ਅਲਕੋਹਲ ਔਰ ਕਲੋਰੀਨ ਆਲ ਓਵਰ ਯੂਅਰ ਬੋਡੀ ਕਿਲ ਦਾ ਨਿਊ ਕਰੋਨਾ ਵਾਇਰਸ। ਕੀ ਕਹਿੰਦਾ, ਜੇਕਰ ਆਪਾਂ ਤੇ ਜਾਂ ਕਲੋਰੀਨ ਨੂੰ, ਠੀਕ ਹੈ ਨਾ, ਆਪਣੀ ਸਾਰੀ ਬੋਡੀ 'ਤੇ ਕੀ ਕਰ ਲਈਏ, ਛਿੜਕ ਲਈਏ, ਕੀ ਕਹਿੰਦਾ ਫਿਰ ਆਪਾਂ ਜਿਹੜਾ ਕਰੋਨਾ ਵਾਇਰਸ ਹੈ ਉਹਨੂੰ ਖਤਮ ਕਰ ਸਕਦੇ ਹਾਂ? ਨੋ, ਇਹਦਾ ਉੱਤਰ ਲਿਖਿਆ ਜੀ ਨਹੀਂ। ਸਪਰੇਇੰਗ ਅਲਕੋਹਲ ਔਰ ਕਲੋਰੀਨ ਆਲ ਓਵਰ ਯੂਅਰ ਬੋਡੀ ਕੈਨ ਨੋਟ ਕਿਲ ਵਾਇਰਸ ਦੈਟ ਹੈਵ ਆਲਰੇਡੀ ਐਂਟਰ ਯੂਅਰ ਬੋਡੀ, ਠੀਕ ਹੈ ਜੀ ਗੱਲ। ਜਿਹੜਾ ਤੁਹਾਡੀ ਬੋਡੀ ਦੇ ਵਿੱਚ ਚਲਾ ਗਿਆ, ਤੁਸੀਂ ਚਾਹੇ ਪੰਜਾਬੀ 'ਚ ਮੈਂ ਕਹਾਂ, ਪੰਜਾਬੀ 'ਚ ਆਪਾਂ ਕਹਿੰਦੇ ਵੀ ਚਾਹੇ ਤੁਸੀਂ ਨਹਾ ਲਓ ਅਲਕੋਹਲ ਦੇ ਨਾਲ ਅਤੇ ਕਲੋਰੀਨ ਦੇ ਨਾਲ, ਪਰ ਜਿਹੜਾ ਤੁਹਾਡੀ ਬੋਡੀ ਦੇ ਅੰਦਰ ਚਲਾ ਗਿਆ ਉਹ ਠੀਕ ਨਹੀਂ ਹੋ ਸਕਦਾ। ਅੱਛਾ, ਅੱਗੇ ਦੂਜਾ ਪੁਆਇੰਟ ਕੀ ਲਿਖਿਆ, ਸਪਰੇਇੰਗ ਸੱਚ ਸਬਸਟੈਂਸਸ ਕੈਨ ਹਾਰਮਫੁਲ ਟੂ ਕਲੋਥ ਈਵਨ ਕਿ ਇਹੋ ਜੇ ਤੁਸੀਂ ਸਬਸਟੈਂਸ ਆ ਜਿਹੜੇ ਉਹ ਛਿੜਕੋਗੇ ਉਹ ਤੁਹਾਡੇ ਕੀ ਹੈਗਾ, ਉਹ ਤੁਹਾਡੇ ਲਈ ਹਾਰਮਫੁਲ ਨੇ, ਠੀਕ ਨਾ। ਜੇ ਤੁਸੀਂ ਕੱਪੜਿਆਂ ਦੇ ਛਿੜਕੋਗੇ, ਇਹਨਾਂ ਦਿਨਾਂ 'ਚ ਮੈਂ ਤਾਂ ਤੁਹਾਨੂੰ ਇਹ ਰਾਏ ਦੇਵਾਂਗਾ ਵੀ ਜਿਹੜਾ ਤੁਸੀਂ ਕੋਈ ਪਰਫਿਊਮ ਵਗੈਰਾ ਵੀ ਯੂਜ਼ ਕਰਦੇ ਹੋ ਤੁਸੀਂ ਉਹ ਵੀ ਬੰਦ ਕਰ ਦਿਓ, ਠੀਕ ਹੈ ਜੀ। ਕਿਉਂਕਿ ਉਹਨਾਂ ਦੇ ਨਾਲ ਕੀ ਹੁੰਦਾ ਹੈ, ਆਪਣੀ ਇਮਿਊਨ ਸਿਸਟਮ ਹੈ ਜਿਹੜਾ ਉਹ ਕਮਜ਼ੋਰ ਹੁੰਦਾ। ਇਹਨਾਂ ਨੇ ਸਪੈਸ਼ਲ ਲਿਖਿਆ ਦੇਖੋ ਵੀ ਜੇ ਤੁਸੀਂ ਉਹ ਛਿੜਕੋਗੇ ਤਾਂ ਤੁਹਾਡੇ ਮਿਊਕਸ ਮਤਲਬ ਅੱਖਾਂ ਅਤੇ ਮੂੰਹ ਦੇ ਉੱਤੇ ਜਿਹੜਾ ਉਹ ਕਮਜ਼ੋਰ ਹੁੰਦਾ, ਇਮਿਊਨ ਸਿਸਟਮ ਤੁਹਾਡਾ ਕਮਜ਼ੋਰ ਹੁੰਦਾ ਅਤੇ ਤੁਹਾਨੂੰ ਜਿਹੜਾ ਵਾਇਰਸ ਹੈ ਉਹ ਮਤਲਬ ਜਲਦੀ ਅਟੈਕ ਕਰ ਸਕਦਾ ਹੈ। ਤਾਂ ਮੈਂ ਤਾਂ ਆਪਦੀ ਇੱਕ ਰਾਏ ਵਿੱਚ ਰੱਖਾਂਗਾ ਵੀ ਜਿਹੜੇ ਕੋਈ ਪਰਫਿਊਮ ਵਗੈਰਾ ਤੁਸੀਂ ਵਰਤਦੇ ਹੋ ਇਹਨਾਂ ਦਿਨਾਂ 'ਚ, ਕੋਈ ਡਿਓਡਰੈਂਟ ਵਗੈਰਾ ਵਰਤਦੇ ਹੋ, ਪਲੀਜ਼ ਉਹ ਨਾ ਹੀ ਵਰਤੋ, ਠੀਕ ਹੈ ਜੀ। ਤੀਜੀ ਗੱਲ ਇਹਨਾਂ ਨੇ ਕੀ ਲਿਖਿਆ, ਬੋਥ ਅਲਕੋਹਲ ਐਂਡ ਕਲੋਰੀਨ ਬੇਸਡ ਸੋਲਿਊਸ਼ਨ ਆਰ ਯੂਜ਼ ਟੂ ਡਿਸਇਨਫੈਕਟ ਸਰਫੇਸ, ਠੀਕ ਹੈ ਜੀ। ਇਹ ਦੋਨੇ ਕੀ ਕੰਮ ਆਉਂਦੇ ਹੈ, ਜਿਹੜਾ ਸਰਫੇਸ ਖਰਾਬ ਹੈ, ਸਰਫੇਸ 'ਤੇ ਕਿਤੇ ਕੋਈ ਵਾਇਰਸ ਪਿਆ ਹੈ ਉਸ ਵਾਸਤੇ ਕੰਮ ਆਉਂਦੇ ਹੈ, ਬਟ ਦੇ ਨੀਡ ਟੂ ਬੀ ਯੂਜ਼ਡ ਅੰਡਰ ਐਪਰੋਪਰੀਏਟ, ਠੀਕ ਨਾ, ਰਿਕਮੈਂਡੇਸ਼ਨਸ, ਯਾਨੀ ਕਿ ਕਿਸੇ ਦੁਆਰਾ, ਠੀਕ ਹੈ ਨਾ, ਕਿਸੇ ਸਲਾਹਕਾਰ ਦੁਆਰਾ, ਕਿਸੇ ਚੰਗੇ ਜਾਣਕਾਰ ਦੁਆਰਾ ਹੀ ਜੇਕਰ ਦੱਸਿਆ ਜਾਵੇ ਤਾਂ ਆਪਾਂ ਤਾਂ ਹੀ ਇਸ ਨੂੰ ਵਰਤਣਾ ਹੈ, ਠੀਕ ਹੈ ਜੀ ਗੱਲ। ਅੱਗੇ ਚੱਲਦੇ ਹਾਂ ਜੀ। 9ਵਾਂ ਝੂਠ ਕੀ ਹੈ, ਕਹਿੰਦਾ ਡੂ ਵੈਕਸੀਨ ਅਗੇਂਸਟ ਨਿਮੋਨੀਆ ਪ੍ਰੋਟੈਕਟ ਯੂ ਅਗੇਂਸਟ ਦਾ ਨਿਊ ਕਰੋਨਾ ਵਾਇਰਸ। ਕਿ ਜਿਹੜੀ ਦਵਾਈ ਨਿਮੋਨੀਆ ਠੀਕ ਕਰਨ ਲਈ ਵਰਤੀ ਜਾਂਦੀ ਹੈ ਕਿ ਉਹ ਆਪਾਂ ਨੂੰ ਕਰੋਨਾ ਵਾਇਰਸ ਤੋਂ ਬਚਾ ਸਕਦੀ ਹੈ? ਨੋ, ਕਹਿੰਦਾ ਨੋ ਵੈਕਸੀਨ ਅਗੇਂਸਟ ਨਿਮੋਨੀਆ ਸੱਚ ਐਜ਼ ਹੈ ਜੀ ਨਿਮੋਨੋਕੋਲ ਵੈਕਸੀਨ ਐਂਡ ਹੀਮੋਫਿਲਸ ਇਨਫਲੂਐਂਜਾ ਟਾਈਪ B, ਹਿਬ ਕਹਿ ਦਿੰਦੇ ਸ਼ਾਰਟਕਟ ਵੈਕਸੀਨ
ਪ੍ਰੋਵਾਈਡ ਐਨੀ ਪ੍ਰੋਟੈਕਸ਼ਨ ਅਗੇਂਸਟ ਆ ਨਿਊ ਕਰੋਨਾ ਵਾਇਰਸ। ਮੂਰੇ ਲਿਖਿਆ ਜੀ ਨੋ। ਇਹ ਦੋਨੇ ਜਿਹੜੀਆਂ ਦਵਾਈਆਂ ਨੇ ਉਹ ਨਮੋਨੀਆ ਵਾਸਤੇ ਵਰਤੀਆਂ ਜਾਂਦੀਆਂ ਨੇ, ਪਰ ਇਹ ਦਵਾਈਆਂ ਨੇ ਜਿਹੜੀਆਂ ਕਰੋਨਾ ਵਾਇਰਸ ਨੂੰ ਠੀਕ ਨਹੀਂ ਕਰਦੀਆਂ। ਠੀਕ ਹੈ ਜੀ। ਅੱਗੇ ਕੀ ਲਿਖਿਆ ਜੀ, ਦਿਸ ਵਾਇਰਸ ਹੈਜ਼ ਜਸਟ ਰੀਸੈਂਟਲੀ ਬੀਨ ਡਿਸਕਵਰ। ਇਹ ਹੁਣੇ ਲੱਭਿਆ ਗਿਆ ਐਂਡ ਏ ਵੈਕਸੀਨ ਫੋਰ ਸੇਮ ਇਜ਼ ਸਟਿਲ ਏ ਵੈਰੀ ਇਨੀਸ਼ੀਅਲ ਫੇਜ਼ ਆਫ ਟ੍ਰਾਇਲ। ਅਤੇ ਇਸ ਦੀ ਜਿਹੜੀ ਦਵਾਈ ਹੈ ਉਹ ਮਤਲਬ ਅਜੇ ਇਨੀਸ਼ੀਅਲ ਸ਼ੁਰੂਆਤੀ ਦੌਰਾਂ ਦੇ ਵਿੱਚੋਂ ਲੰਘ ਰਹੀ ਹੈ, ਅਜੇ ਉਸਦੇ ਜਿਹੜੇ ਉਹ ਤਜਰਬੇ ਯਾਨੀ ਕਿ ਟ੍ਰਾਇਲ ਹੈ ਜਿਹੜੇ ਉਹ ਚੱਲ ਰਹੇ ਹਨ। ਠੀਕ ਹੈ ਜੀ। ਤਾਂ ਇਹ ਵੀ ਇੱਕ ਝੂਠ ਹੈ ਜਿਹੜਾ ਇਹਨਾਂ ਨੇ ਲਿਖਿਆ ਥੱਲੇ, ਇਹ ਅਨਟਰੂ ਹੈ। ਅੱਗੇ ਚੱਲਦੇ ਆ ਜੀ, 10ਵਾਂ ਕੀ ਕਹਿੰਦਾ, ਕੈਨ ਰੈਗੂਲਰਲੀ ਰਾਈਜ਼ਿੰਗ ਯੂਅਰ ਨੋਜ਼ ਵਿਦ ਰਾਈਜ਼ਿੰਗ ਯੂਅਰ ਨੋਜ਼ ਵਿਦ ਸੈਲਾਈਨ ਹੈਲਪ ਪ੍ਰੀਵੈਂਟ ਇਨਫੈਕਸ਼ਨ ਵਿਦ ਨਿਊ ਕਰੋਨਾ ਵਾਇਰਸ। ਹੁਣ ਇਹ ਕੀ ਕਹਿੰਦਾ ਜੀ, ਕਹਿੰਦਾ ਵੀ ਜੇਕਰ ਦੇਖੋ ਰਾਈਜ਼ਿੰਗ ਦਾ ਮਤਲਬ ਹੁੰਦਾ ਜੀ, ਠੀਕ ਹੈ ਨਾ, ਧੋਣਾ ਸਾਫ਼ ਕਰਨਾ। ਠੀਕ ਹੈ ਨਾ। ਅੱਛਾ, ਯੂਅਰ ਨੋਜ਼ ਵਿਦ ਸੈਲਾਈਨ, ਸੈਲਾਈਨ ਦਾ ਜੀ ਮਤਲਬ ਹੁੰਦਾ ਇੱਥੇ ਖਾਰਾ ਪਾਣੀ। ਹੁਣ ਜੇਕਰ ਆਪਾਂ ਬਾਰ-ਬਾਰ ਥੋੜ੍ਹੇ ਸਮੇਂ ਬਾਅਦ, ਠੀਕ ਹੈ ਨਾ, ਖਾਰੇ ਪਾਣੀ ਦੇ ਨਾਲ ਆਪਦੀ ਨੱਕ ਨੂੰ ਧੋ ਰਹੇ ਹਾਂ, ਠੀਕ ਹੈ, ਕੀ ਕਹਿੰਦਾ ਇਹ ਆਪਾਂ ਨੂੰ ਕਰੋਨਾ ਵਾਇਰਸ ਤੋਂ ਬਚਾ ਸਕਦਾ ਜੀ। ਠੀਕ ਹੈ। ਤਾਂ ਦੇਖੋ ਕਿ ਇਹ ਆਪਾਂ ਨੂੰ ਕਰੋਨਾ ਵਾਇਰਸ ਤੋਂ ਬਚਾ ਸਕਦਾ, ਤਾਂ ਇਹ ਵੀ ਆਪਾਂ ਨੂੰ ਹੈ ਜਿਹੜਾ ਇਹਨਾਂ ਨੇ ਕੀ ਲਿਖਿਆ ਜੀ, ਨੋ। ਠੀਕ ਹੈ। ਤਾਂ ਇਸ ਦਾ ਉੱਤਰ ਵੀ ਇਹਨਾਂ ਨੇ ਲਿਖਿਆ ਨੋ। ਦੇयर ਇਜ਼ ਨੋ ਐਵੀਡੈਂਸ ਟੂ ਸੁਜੈਸਟ ਦੈਟ ਰੈਗੂਲਰਲੀ ਰਾਈਜ਼ਿੰਗ ਦਾ ਨੋਜ਼, ਠੀਕ ਹੈ ਨਾ, ਵਿਦ ਸਲਾਈਨ, ਮਤਲਬ ਜੇਕਰ ਨੱਕ ਨੂੰ ਲਗਾਤਾਰ ਆਪਾਂ ਖਾਰੇ ਪਾਣੀ ਨਾਲ ਧੋ ਰਹੇ ਹਾਂ, ਠੀਕ ਹੈ ਨਾ, ਪ੍ਰੋਟੈਕਟਿੰਗ ਪੀਪਲ ਫॉर ਇਨਫੈਕਟਡ ਵਿਦ ਦਾ ਨਿਊ ਕਰੋਨਾ ਵਾਇਰਸ। ਕੋਈ ਆਪਾਂ ਨੂੰ ਕਹਿੰਦੇ ਸਾਨੂੰ ਇਹੋ ਜਿਹਾ ਕੋਈ ਸਬੂਤ ਨਹੀਂ ਮਿਲਦਾ ਵੀ ਜਿਹੜੇ ਬੰਦੇ ਜਿਨ੍ਹਾਂ ਨੂੰ ਕਰੋਨਾ ਹੋਇਆ ਹੈ, ਠੀਕ ਹੈ ਨਾ, ਜੇਕਰ ਉਹਨਾਂ ਦੀ ਨੱਕ ਨੂੰ ਲਗਾਤਾਰ ਧੋਤਾ ਗਿਆ ਹੈ ਖਾਰ ਦੇ ਨਾਲ, ਖਾਰੇ ਪਾਣੀ ਦੇ ਨਾਲ, ਤਾਂ ਉਹ ਠੀਕ ਹੋਏ ਨੇ ਜੀ। ਠੀਕ ਹੈ। ਤਾਂ ਦੇयर ਇਜ਼ ਏ ਲਿਮਟਡ ਐਵੀਡੈਂਸ, ਥੋੜ੍ਹੇ ਮੋਟੇ ਕਹਿੰਦਾ ਸਬੂਤ ਮਿਲਦੇ ਨੇ, ਦੈਟ ਰੈਗੂਲਰ ਰਾਈਜ਼ਿੰਗ ਆਫ ਨੋਜ਼ ਵਿਦ ਸਲਾਈਨ, ਯਾਨੀ ਕਿ ਨੱਕ ਨੂੰ ਲਗਾਤਾਰ ਖਾਰੇ ਪਾਣੀ ਨਾਲ ਧੋਣਾ, ਡੂ ਹੈਲਪ ਪੀਪਲ ਰਿਕਵਰ ਫਰੋਮ ਕਾਮਨ ਕੋਲਡ, ਜਿਹਦੇ ਵਿੱਚ ਲੋਕ ਨੇ ਜਿਹੜੇ ਉਹ ਜ਼ੁਕਾਮ ਤੋਂ, ਕਾਮਨ ਕੋਲਡ ਤੋਂ ਠੀਕ ਹੋਏ ਨੇ ਜੀ। ਠੀਕ ਹੈ। ਪਰ ਕਾਮਨ ਕੋਲਡ ਲਿਖਿਆ ਇਹਨੇ, ਕਰੋਨਾ ਵਾਇਰਸ ਨਹੀਂ ਲਿਖਿਆ। ਹਾਊਐਵਰ ਦੇयर ਇਜ਼ ਨੋ ਐਵੀਡੈਂਸ ਟੂ ਸੁਜੈਸਟ ਦੈਟ ਇਟ ਪ੍ਰੀਵੈਂਟ ਲੋਅਰ ਰੈਸਪੀਰੇਟਰੀ ਟਰੈਕ ਇਨਫੈਕਸ਼ਨ। ਹੁਣ ਇਹ ਜਿਹੜੀ ਬਿਮਾਰੀ ਹੈ ਸ਼ਾਇਦ ਇਹ ਲੋਅਰ ਰੈਸਪੀਰੇਟਰੀ ਯਾਨੀ ਕਿ ਸਾਹ ਦੀ ਅੰਦਰ ਚਲਾ ਜਾਂਦਾ ਉਹ, ਠੀਕ ਹੈ ਨਾ, ਫੇਫੜਿਆਂ ਅੰਦਰ ਚਲਾ ਜਾਂਦਾ, ਤਾਂ ਉਸ ਦੀ ਇਹ ਬਿਮਾਰੀ ਹੈ ਕਰੋਨਾ। ਠੀਕ ਹੈ। ਤਾਂ ਕਹਿੰਦਾ ਵੀ ਇਹੋ ਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਹਦੇ ਨਾਲ ਨੱਕ ਧੋਣ ਦੇ ਨਾਲ ਉਹ ਠੀਕ ਹੋ ਜਾਏ ਜੀ। ਠੀਕ ਹੈ। ਤਾਂ ਇਹੋ ਜਿਹਾ ਕੋਈ ਸਬੂਤ ਨਹੀਂ ਮਿਲਿਆ। ਤਾਂ ਇਹ ਜਿਹੜਾ ਹੈ ਇੱਕ ਝੂਠ ਹੈ ਜਿਹੜਾ ਉਹ ਇੱਕ ਫੈਲਿਆ ਹੋਇਆ ਜੀ। ਤਾਂ ਅੱਗੇ ਚੱਲਦੇ ਆ ਜੀ 11ਵੇਂ 'ਤੇ। 11ਵਾਂ ਦੇਖੋ ਜੀ, ਆਮ ਚੱਲੀ ਜਾਂਦੀ ਹੈ ਗੱਲਬਾਤ ਆਯੁਰਵੈਦਿਕ ਦੀ। ਠੀਕ ਹੈ। ਕੈਨ ਈਟਿੰਗ ਗਾਰਲਿਕ ਹੈਲਪ ਇਨਫੈਕਸ਼ਨ ਵਿਦ ਦਾ ਨਿਊ ਕਰੋਨਾ ਵਾਇਰਸ। ਕੀ ਕਹਿੰਦਾ ਵੀ ਜਿਹੜਾ ਲਸਣ ਹੈ, ਲਸਣ ਖਾਣ ਦੇ ਨਾਲ ਕਰੋਨਾ ਵਾਇਰਸ ਠੀਕ ਹੋ ਜਾਂਦਾ। ਤਾਂ ਗਾਰਲਿਕ ਇਹਨਾਂ ਨੇ ਕੀ ਲਿਖਿਆ ਦੇਖੋ, ਇਹਨਾਂ ਨੇ ਲਿਖਿਆ ਜੀ ਗਾਰਲਿਕ ਇਜ਼ ਏ ਹੈਲਦੀ ਫੂਡ ਦੈਟ ਮੇ ਹੈਵ ਸਮ ਐਂਟੀ ਮਾਈਕਰੋਬੀਅਲ ਪ੍ਰੋਪਰਟੀ। ਠੀਕ ਹੈ। ਕਹਿੰਦੇ ਕੋਈ ਸ਼ੱਕ ਨਹੀਂ ਵੀ ਗਾਰਲਿਕ ਜਿਹੜਾ ਲਸਣ ਹੈ ਇੱਕ ਹੈਲਦੀ ਫੂਡ ਹੈ, ਅਤੇ ਇਹਦੇ ਵਿੱਚ ਕੁਛ ਵਾਇਰਲ ਨੂੰ ਮਾਈਕਰੋ ਆਰਗੈਨਿਜ਼ਮ ਨੂੰ ਮਾਰਨ ਦੀ ਸ਼ਮਤਾ ਹੁੰਦੀ ਹੈ। ਪਰ ਦੇयर ਇਜ਼ ਨੋ ਐਵੀਡੈਂਸ ਟੂ ਸੁਜੈਸਟ ਦੈਟ ਇਟ ਪ੍ਰੋਟੈਕਟ ਪੀਪਲ ਫਰੋਮ ਨਿਊ ਕਰੋਨਾ ਵਾਇਰਸ। ਤਾਂ ਕਹਿੰਦਾ ਫਿਰ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਹੈ ਜਿਹੜਾ ਉਹ ਕਰੋਨਾ ਵਾਇਰਸ ਨੂੰ ਖਤਮ ਕਰ ਸਕਦਾ ਹੈ। ਤਾਂ ਕਰਕੇ ਇਹ ਵੀ ਕਹਿੰਦਾ ਅਨਟਰੂ ਹੈ, ਲਸਣ ਖਾਣ ਦੇ ਨਾਲ ਵੀ ਜਿਹੜਾ ਕਰੋਨਾ ਉਹ ਠੀਕ ਨਹੀਂ ਹੁੰਦਾ ਜੀ। ਅੱਗੇ ਚੱਲਦੇ ਆ ਜੀ, 12ਵਾਂ ਕੀ ਹੈ ਦੇਖੋ। ਠੀਕ ਹੈ। ਤਾਂ 12ਵੇਂ 'ਤੇ ਚੱਲਦੇ ਕੀ ਹੈ, ਡਸ ਦਾ ਨਿਊ ਕਰੋਨਾ ਵਾਇਰਸ ਇਫੈਕਟ ਓਲਡਰ ਪੀਪਲ ਔਰ ਆਰ ਯੰਗਰ ਪੀਪਲ ਆਲਸੋ, ਠੀਕ ਨਾ, ਯੰਗਰ ਪੀਪਲ ਆਲਸੋ ਸਸੈਪਟੀਬਲ। ਤਾਂ ਕਰੋਨਾ ਵਾਇਰਸ ਕਹਿੰਦਾ ਕੀ ਸਿਰਫ ਮਤਲਬ ਯੰਗਰ ਨੂੰ ਜਾਂ ਬਜ਼ੁਰਗਾਂ ਨੂੰ ਹੀ ਅਟੈਕ ਕਰਦਾ ਹੈ। ਕਹਿੰਦਾ ਦੇਖੋ ਇਹਨੇ ਕੀ ਲਿਖਿਆ ਜੀ, ਪੀਪਲ ਆਫ ਆਲ ਏਜ ਕੈਨ ਬੀ ਇਨਫੈਕਟਡ ਬਾਏ ਦਾ ਨਿਊ ਕਰੋਨਾ ਵਾਇਰਸ। ਤਾਂ ਇਹੋ ਜਿਹੀ ਕੋਈ ਗੱਲ ਨਹੀਂ ਵੀ ਇਹ ਵੀ ਇੱਕ ਝੂਠ ਹੈ ਵੀ ਇਹ ਸਿਰਫ ਬੁੜਿਆਂ 'ਤੇ ਇਫੈਕਟ ਪੈਂਦਾ ਹੈ ਜਾਂ ਮਤਲਬ ਨੌਜਵਾਨ ਜਿਹੜੇ 35-40 ਦੇ ਹੋ ਗਏ ਉਹਨਾਂ 'ਤੇ ਇਫੈਕਟ ਪੈਂਦਾ ਹੈ। ਕਹਿੰਦਾ ਇਹ ਸਭ ਤਰ੍ਹਾਂ ਦੇ ਏਜ ਵਾਲਿਆਂ ਨੂੰ ਹੋ ਸਕਦਾ ਜੀ। ਓਲਡਰ ਪੀਪਲ ਜਾਂ ਪੀਪਲ ਵਿਦ, ਠੀਕ ਨਾ, ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ, ਠੀਕ ਹੈ, ਆਰ ਮੋਰ, ਠੀਕ ਨਾ, ਵਲਨੇਰੇਬਲ, ਯਾਨੀ ਕਿ ਜਿਹੜੇ ਬਜ਼ੁਰਗ ਨੇ ਜਾਂ ਜਿਨ੍ਹਾਂ ਨੂੰ ਪਹਿਲਾਂ ਹੀ ਥੋੜ੍ਹੀਆਂ ਮੋਟੀਆਂ ਕੋਈ ਬਿਮਾਰੀਆਂ ਨੇ, ਜਿਵੇਂ ਇਹਨਾਂ ਨੇ ਲਿਖਿਆ ਡਾਇਬਟੀਜ਼ ਹੈ, ਹਾਰਟ ਡਿਸੀਜ਼ਸ ਹੈ, ਤਾਂ ਉਹਨਾਂ ਦੇ ਚਾਂਸਸ ਵੱਧ ਜਾਂਦੇ ਹੈ। ਉਹਦਾ ਕਾਰਨ ਤੁਹਾਨੂੰ ਵੀ ਪਤਾ ਹੈ,
ਕੀ ਕਾਰਨ ਹੈ ਉਹਦਾ ਜੀ? ਕਾਰਨ ਇਹੀ ਹੈ ਵੀ ਉਹਨਾਂ ਦਾ ਇਮਿਊਨ ਸਿਸਟਮ ਹੈ ਜਿਹੜਾ ਉਹ ਸਮੇਂ ਨਾਲ ਕਮਜ਼ੋਰ ਹੋ ਜਾਂਦਾ ਹੈ। WHO advise people of all age to take step to protect themselves from the virus। ਤਾਂ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹ ਸਾਰੇ ਉਮਰ ਦੇ ਲੋਕਾਂ ਨੂੰ, ਚਾਹੇ ਉਹ ਬੱਚੇ ਨੇ ਚਾਹੇ ਲੇਡੀਜ਼ ਨੇ, ਸਭ ਨੂੰ ਉਹ ਇਹ ਗੱਲਾਂ ਦੱਸਦੀ ਹੈ ਜੀ, ਸੋਸ਼ਲ ਡਿਸਟੈਂਸਿੰਗ ਰੱਖੋ, ਰੈਗੂਲਰ ਜਿਹੜਾ ਹੈਂਡ ਵਾਸ਼ ਹੈ ਉਹ ਜੀ ਕਰਦੇ ਰਹੋ। ਠੀਕ ਹੈ ਜੀ ਗੱਲ। ਤਾਂ ਇਹ ਵੀ ਇੱਕ ਝੂਠ ਹੈ ਜੀ। ਅੱਗੇ ਚੱਲਦੇ ਹਾਂ ਜੀ। ਠੀਕ ਹੈ। 13ਵੀਂ ਗੱਲ 'ਤੇ ਬਹੁਤ ਹੀ ਵਧੀਆ ਮਤਲਬ ਇਹਨਾਂ ਨੇ, ਮੈਂ ਵਿੱਚ ਦੱਸਣਾ ਚਾਹੁੰਦਾ ਵੀ ਵਧੀਆ ਸਲਾਈਡਾਂ ਬਣਾਈਆਂ ਹੋਈਆਂ ਨੇ, ਬਹੁਤ ਸੋਹਣੀਆਂ ਬਣਾਈਆਂ ਹੋਈਆਂ ਨੇ। ਜੇਕਰ ਆਪਾਂ ਸਾਰੇ ਦੇਖੀਏ ਤਾਂ ਤੁਸੀਂ ਦੇਖੋ ਵੀ ਹੁਣ ਪੰਜਾਬ ਦੇ ਵਿੱਚ ਵੀ ਦਿਨੋਂ ਦਿਨ ਇਹ ਵਧ ਹੀ ਰਿਹਾ ਹੈ। ਠੀਕ ਹੈ ਜੀ। ਤਾਂ ਇਹ ਦਿਨੋਂ ਦਿਨ ਇਹ ਵਧ ਹੀ ਰਿਹਾ ਹੈਗਾ। ਤਾਂ ਮੈਨੂੰ ਲੱਗਦਾ ਵੀ ਇਹ ਸਭ ਨੂੰ ਆਪਾਂ ਨੂੰ ਅਜੇ ਵੀ ਬਹੁਤ ਪ੍ਰੀਕੋਸ਼ਨ ਦੀ ਲੋੜ ਹੈ। ਇਹ ਸੋਹਣੀਆਂ ਸਲਾਈਡਾਂ ਦਿਕਸ਼ਾ ਐਪ ਉੱਤੇ ਬਣਾਈਆਂ ਹੋਈਆਂ ਨੇ, ਤਾਂ ਆਪਾਂ ਖੁਦ ਵੀ ਦੇਖੀਏ ਅਤੇ ਦਿਖਾਈਏ ਸਾਰਿਆਂ ਨੂੰ। ਠੀਕ ਹੈ ਜੀ। ਤਾਂ ਅੱਗੇ ਚੱਲਦੇ ਹਾਂ। ਹੁਣ ਦੇਖੋ ਇਹ ਵਧੀਆ ਗੱਲ ਇਹਨਾਂ ਨੇ ਲਿਖੀ ਹੈ, ਜਿਹੜਾ ਇੱਕ ਝੂਠ ਹੋ ਰਿਹਾ ਆ, ਆਪਾਂ ਇਹ 'ਤੇ ਆਉਣੇ ਆ। ਤਾਂ ਇਹ ਕੀ ਕਹਿੰਦਾ ਜੀ? ਕਹਿੰਦਾ ਆਰ ਐਂਟੀਬਾਇਓਟਿਕ, ਜਿਹੜੇ ਐਂਟੀਬਾਇਓਟਿਕ ਨੇ ਇਫੈਕਟ ਇਨ ਪ੍ਰੀਵੈਂਟਿੰਗ ਐਂਡ ਟਰੀਟਿੰਗ ਦਾ ਨਿਊ ਕਰੋਨਾ ਵਾਇਰਸ। ਕੀ ਕਹਿੰਦਾ? ਜਿਹੜੇ ਐਂਟੀਬਾਇਓਟਿਕ ਨੇ, ਕੀ ਕਹਿੰਦਾ ਉਹ ਕਰੋਨਾ ਵਾਇਰਸ ਨੂੰ ਠੀਕ ਕਰ ਸਕਦੇ ਨੇ? ਦੇਖੋ ਇਹਨੇ ਸਾਫ਼ ਲਿਖਿਆ ਜੀ, ਨਹੀਂ। ਐਂਟੀਬਾਇਓਟਿਕ ਆਰ ਇਫੈਕਟਿਵ ਓਨਲੀ ਬੈਕਟੀਰੀਆ ਨੋਟ ਵਾਇਰਸ। ਇਹ ਯਾਦ ਰੱਖਿਓ ਜੀ। ਠੀਕ ਹੈ। ਇਹ ਬੈਕਟੀਰੀਆ ਨੂੰ ਖਤਮ ਕਰਦੇ ਨੇ ਐਂਟੀਬਾਇਓਟਿਕ, ਨਾ ਕਿ ਵਾਇਰਸ ਨੂੰ। ਜਦਕਿ ਦਾ ਨਿਊ ਕਰੋਨਾ ਵਾਇਰਸ ਇਜ਼ ਏ ਵਾਇਰਸ। ਤਾਂ ਜਿਹੜੀ ਇਹ ਕਰੋਨਾ ਵਾਇਰਸ ਹੈ, ਨਾਮ ਤੋਂ ਵੀ ਪਤਾ ਲੱਗਦਾ ਹੈ ਇਹ ਇੱਕ ਵਾਇਰਸ ਦੀ ਬਿਮਾਰੀ ਹੈ। ਦੇਅਰਫੋਰ ਐਂਟੀਬਾਇਓਟਿਕਸ ਸ਼ੁੱਡ ਨਾਟ ਬੀ ਯੂਜ਼ਡ ਐਜ਼ ਏ ਮੀਨਸ ਆਫ ਪ੍ਰੀਵੈਂਟਿੰਗ ਔਰ ਟਰੀਟਮੈਂਟ। ਠੀਕ ਹੈ ਜੀ। ਤਾਂ ਇਹਦਾ ਕੋਈ ਇਲਾਜ ਨਹੀਂ ਹੈ। ਫਿਰ ਵੀ ਦੇਖੋ ਲਾਸਟ ਇਹਨਾਂ ਨੇ ਵਧੀਆ ਗੱਲ ਲਿਖੀ ਹੈ। ਠੀਕ ਹੈ। ਕੀ ਲਿਖਿਆ? ਹਾਊਐਵਰ ਇਫ ਯੂ ਆਰ ਹੌਸਪਿਟਲਾਈਜ਼ਡ ਫੋਰ ਦਾ COVID-19, ਮੰਨ ਲਓ ਜੇਕਰ ਤੁਹਾਨੂੰ ਫਿਰ ਵੀ ਹੌਸਪੀਟਲ ਜਾਣ ਦੀ ਲੋੜ ਪੈਂਦੀ ਹੈ ਜਾਂ ਡਾਕਟਰ ਕੋਲ ਜਾਣ ਦੀ ਲੋੜ ਪੈਂਦੀ ਹੈ COVID-19 ਪ੍ਰਤੀ, ਠੀਕ ਹੈ ਨਾ, ਯੂ ਮੇ ਰਿਸੀਵ ਦਾ ਐਂਟੀਬਾਇਓਟਿਕਸ। ਠੀਕ ਹੈ ਨਾ, ਤੁਹਾਨੂੰ ਉਹ ਫਿਰ ਵੀ ਐਂਟੀਬਾਇਓਟਿਕ ਦਿੰਦਾ ਹੈ। ਤਾਂ ਉਹਨਾਂ ਨੇ ਲਿਖਿਆ ਜੀ ਬਹੁਤ ਵਧੀਆ, ਦੇਖੋ, ਟੂ ਪ੍ਰੀਵੈਂਟ ਸੈਕੰਡਰੀ ਵਾਇਰਲ ਇਨਫੈਕਸ਼ਨ। ਠੀਕ ਹੈ। ਤਾਂ ਉਹ ਕਿਉਂ ਦਿੰਦੇ ਨੇ? ਵੀ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਹੋਰ ਵਾਇਰਸ ਤੁਰੇ ਹੋਰ ਬੈਕਟੀਰੀਆ ਤੁਰੇ ਫਿਰਦੇ ਨੇ, ਉਹਨਾਂ ਨੂੰ ਖਤਮ ਕਰਨ ਵਾਸਤੇ ਇਹ ਤੁਹਾਨੂੰ ਦਿੱਤਾ ਜਾਂਦਾ ਹੈ, ਤਾਂ ਜੋ ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ ਜਿਹੜਾ ਉਹ ਕੀ ਹੋ ਸਕੇ, ਇਨਕਰੀਜ਼ ਹੋ ਸਕੇ। ਅੱਗੇ ਚੱਲਦੇ ਆ ਜੀ। 14ਵਾਂ ਤਾਂ ਮੈਨੂੰ ਲੱਗਦਾ ਇੰਨਾ ਜ਼ਿਆਦਾ ਫੈਲਿਆ ਹੋਇਆ ਵੀ ਇਹ ਤਾਂ ਮੈਨੂੰ ਲੱਗਦਾ ਸਭ ਨੂੰ ਧਿਆਨ ਨਾਲ ਸੁਣ ਲੈਣਾ ਚਾਹੀਦਾ ਵੀ ਇਹ ਕੀ ਹੈ। ਦੇਖੋ, ਠੀਕ ਹੈ। ਡਰਿੰਕਿੰਗ ਅਲਕੋਹਲ ਕੈਨ ਕਿਉਰ COVID-19। ਠੀਕ ਹੈ। ਕੀ ਕਹਿੰਦਾ? ਵੀ ਸ਼ਰਾਬ ਜੇ ਪੀਣ ਵਾਲੇ ਲੋਕ ਹੈ ਜਿਹੜੇ, ਜੇ ਆਪਾਂ ਸ਼ਰਾਬ ਪੀਂਦੇ ਹਾਂ, ਕੀ ਕਹਿੰਦਾ ਉਹ ਠੀਕ ਕਰ ਦੂਗਾ ਜੀ? ਇਹ ਕਹਿੰਦਾ ਦੇਰ ਇਜ਼ ਨੋ ਐਵੀਡੈਂਸ whatsoever to support this hypothesis। ਕਹਿੰਦਾ ਵੀ ਇਹੋ ਜਿਹਾ ਕੋਈ ਸਬੂਤ ਨਹੀਂ ਮਿਲਿਆ ਵੀ ਜਿਹੜੀ ਇਹ ਮਿੱਥ ਚੱਲੀ ਜਾਂਦਾ, ਜਿਹੜਾ ਇਹ ਝੂਠ ਜਾਂ ਮਤਲਬ ਲੋਕਾਂ ਦੀ ਬਣਾਈ ਗੱਲ ਚੱਲੀ ਜਾਂਦੀ ਹੈ, ਵੀ ਇਸ ਉੱਤੇ ਅਸੀਂ ਕੋਈ ਟਿੱਪਣੀ ਕਰੀਏ। ਹਾਂ, ਥੱਲੇ ਇਹਨਾਂ ਨੇ ਇੱਕ ਟਿੱਪਣੀ ਜ਼ਰੂਰ ਕੀਤੀ ਹੈ ਜੀ, ਅਲਕੋਹਲ ਇਜ਼ ਆਲਵੇਜ਼ ਇੰਜਰੀਜ਼ ਫॉर ਹੈਲਥ। ਤਾਂ ਜਿਹੜਾ ਸ਼ਰਾਬ ਹੈ ਜੀ ਉਹ ਸਿਹਤ ਲਈ ਹਾਨੀਕਾਰਕ ਹੈ। 15ਵੇਂ 'ਤੇ ਚੱਲਦੇ ਹਾਂ ਜੀ। ਆ ਫੇਸ ਮਾਸਕ ਵਿਲ ਪ੍ਰੋਟੈਕਟ ਯੂ ਫਰੋਮ COVID-19। ਕੀ ਕਹਿੰਦਾ? ਵੀ ਇਹ ਜਿਹੜਾ ਫੇਸ ਮਾਸਕ ਹੈ, ਜਿਹੜਾ ਤੁਸੀਂ ਮਾਸਕ ਆਪਾਂ ਨੂੰ ਕਿਹਾ ਜਾਂਦਾ ਪਾਉਣ ਨੂੰ, ਕੀ ਕਹਿੰਦਾ ਜੀ ਕਰੋਨਾ ਵਾਇਰਸ ਤੋਂ? ਤਾਂ ਇੱਥੇ ਲਿਖਿਆ ਜੀ ਇਹਨਾਂ ਨੇ ਟਰੂ, ਇਹ ਸਹੀ ਹੈ। ਹੁਣ ਦੇਖੋ ਇਹਨਾਂ ਨੇ ਕੀ ਲਿਖਿਆ ਜੀ, ਸਟੇਨ ਮਾਡਲ ਆਫ ਦਾ ਪ੍ਰੋਫੈਸ਼ਨਲ ਟਾਈਟ ਫਿਟਿੰਗ ਰੈਸਪੀਰੇਟਰਸ। ਠੀਕ ਹੈ ਜੀ। ਕੁਛ ਆਉਂਦੇ ਨੇ N95 ਪ੍ਰੀਵੈਂਟ ਡਾਇਰੈਕਟ ਟਰਾਂਸਮਿਸ਼ਨ ਆਫ ਇਨਫੈਕਸ਼ਨ। ਕੁਝ ਇਸ ਤਰ੍ਹਾਂ ਦੇ ਮਾਸਕ ਨੇ ਜਿਹੜੇ ਜਮਾ ਟਾਈਟ ਫਿਟਿੰਗ ਨੇ। ਜਿਹੜੇ ਜਮਾ ਟਾਈਟ ਫਿਟਿੰਗ ਨੇ ਉਹ ਤਾਂ ਆਪਾਂ ਨੂੰ ਮਤਲਬ ਐਂ ਲਾ ਲਓ ਵੀ 98% ਆਪਾਂ ਨੂੰ ਇਨਫੈਕਸ਼ਨ ਤੋਂ ਬਚਾ ਹੀ ਦਿੰਦੇ ਨੇ। ਠੀਕ ਹੈ ਜੀ ਗੱਲ। ਹੁਣ ਦੂਜੀ ਗੱਲ ਕੀ ਲਿਖੀ ਹੈ? ਦੂਜੀ, ਫੋਰ ਦਾ ਜਰਨਲ ਹੈਲਦੀ ਪੋਪੂਲੇਸ਼ਨ ਵੇਅਰਿੰਗ ਈਵਨ ਏ ਸਿੰਗਲ ਔਰ ਏ ਡਬਲ ਲੇਅਰ ਮਾਸਕ, ਠੀਕ ਹੈ, ਇਜ਼ ਨੋਟ ਰੀਕਮੈਂਡੇਟਡ। ਠੀਕ ਹੈ। ਅਸੀਂ ਨਹੀਂ ਕਹਿੰਦੇ ਵੀ ਸਿੰਗਲ ਲੇਅਰ ਜਾਂ ਡਬਲ ਵਾਲਾ ਹੀ ਯੂਜ਼ ਕਰੋ, ਬਟ ਐਨੀ ਮਾਸਕ ਕੈਨ ਆਲਵੇਜ਼ ਪ੍ਰੋਟੈਕਟ, ਠੀਕ ਨਾ, ਕੰਟਾਮੀਨੇਟਡ ਹੈਂਡ ਗੈਟਿੰਗ ਦਾ ਕੰਟੈਕਟ ਵਿਥ ਨੋਜ਼ ਐਂਡ ਦਾ ਮਾਊਥ। ਇਹ ਦੇਖੋ ਵਧੀਆ ਗੱਲ ਲਿਖੀ ਹੈ। ਕਹਿੰਦਾ ਵੀ ਕੋਈ ਵੀ ਤੁਸੀਂ ਜੇ ਮਾਸਕ ਵਰਤਦੇ ਹੋ, ਸਭ ਤੋਂ ਵੱਡੀ ਗੱਲ ਇਹ ਹੈ ਵੀ ਤੁਸੀਂ ਉਸ ਦੀ ਵਰਤੋਂ ਨਾਲ ਤੁਸੀਂ ਆਪਦੇ ਨੱਕ 'ਤੇ ਮੂੰਹ 'ਤੇ ਵਾਰ-ਵਾਰ ਹੱਥ ਨਹੀਂ ਲਾਓਗੇ ਜੇਕਰ ਤੁਹਾਡੇ ਮਾਸਕ ਲੱਗਿਆ ਹੋਇਆ। ਠੀਕ ਹੈ ਜੀ। ਪੀਪਲ ਸਫਰਿੰਗ ਫਰੋਮ ਐਨੀ ਰੈਸਪੀਰੇਟਰੀ ਇਲਨੈਸ, ਜਿਨ੍ਹਾਂ ਨੂੰ ਕੋਈ ਸਾਹ ਦੀਆਂ ਬਿਮਾਰੀਆਂ ਨੇ, ਸ਼ੁੱਡ ਵੀਅਰ ਐਨੀ ਮਾਸਕ ਟੂ ਲੈਸਨ ਔਰ ਮਿਨੀਮਾਈਜ਼ ਚਾਂਸ ਟਰਾਂਸਮਿਸ਼ਨ ਔਰ ਇਨਫੈਕਟਿੰਗ ਅਦਰ।
ਜਿਨ੍ਹਾਂ ਨੂੰ ਮਾੜਾ ਮੋਟਾ ਕੋਈ ਖੰਘ ਹੈ ਜਾਂ ਕੁਛ ਹੋਰ ਹੈ ਉਹਨਾਂ ਨੂੰ ਮਾਸਕ ਪਾਉਣਾ ਚਾਹੀਦਾ ਤਾਂ ਜੋ ਉਹਨਾਂ ਦੇ ਰਾਹੀਂ ਜਿਹੜਾ ਹੈ ਵਾਇਰਸ ਜਾਂ ਮਤਲਬ ਕੋਈ ਵੀ ਜਿਹੜਾ ਖੰਘ ਜ਼ੁਕਾਮ ਹੈ ਜਿਹੜਾ ਉਹ ਦੂਜੇ ਤੱਕ ਨਾ ਪਹੁੰਚੇ ਜੀ। ਤਾਂ ਮਾਸਕ ਹੈ ਜਿਹੜੇ ਜ਼ਰੂਰ ਕਹਿੰਦੇ ਇਹ ਵਰਤਣੇ ਚਾਹੀਦੇ ਜੀ ਸਾਰਿਆਂ ਨੂੰ। ਦੇਖੋ ਜੀ 16ਵੇਂ 'ਤੇ ਚੱਲਦੇ ਹਾਂ। ਵਿਜ਼ਿਟ ਏ ਹੌਸਪੀਟਲ ਇਫ ਯੂ ਹੈਵ ਕਫ ਔਰ ਫੀਵਰ। ਜੇਕਰ ਤੁਹਾਨੂੰ ਬੁਖਾਰ ਹੈ ਜਾਂ ਖੰਘ ਹੈ ਕਿ ਤੁਹਾਨੂੰ ਮਤਲਬ ਹੌਸਪੀਟਲ ਜਾਣਾ ਚਾਹੀਦਾ। ਕਹਿੰਦਾ ਹੁਣ ਇਹ ਕੀ ਕਹਿੰਦੇ ਆ, ਵਿਜ਼ਿਟਿੰਗ ਏ ਹੌਸਪੀਟਲ ਫਾਰ ਮਾਈਲਡ ਸਿੰਪਟਮ ਡਿਊਰਿੰਗ ਏ ਪੈਂਡਮਿਕ ਇਨਕਰੀਜ਼ ਚਾਂਸ ਆਫ ਗੈਟਿੰਗ ਇਨਫੈਕਟਡ। ਠੀਕ ਹੈ ਜੀ। ਹੁਣ ਜੇ ਤੁਸੀਂ ਥੋੜ੍ਹੇ ਖੰਘ ਜ਼ੁਕਾਮ ਲਈ ਵੀ ਤੁਸੀਂ ਹੌਸਪੀਟਲ ਜਾਂਦੇ ਹੋ ਤਾਂ ਇੱਕ ਮਤਲਬ ਬਿਮਾਰੀ ਇੰਨੀ ਫੈਲੀ ਹੋਈ ਹੈ ਵੀ ਤੁਹਾਨੂੰ ਠੀਕ ਹੈ ਮਤਲਬ ਚਾਂਸ ਆਫ ਗੈਟਿੰਗ ਇਨਫੈਕਟਡ ਤੁਹਾਡੇ ਮਤਲਬ ਚਾਂਸ ਵੱਧ ਜਾਂਦਾ ਹੈ ਵੀ ਤੁਸੀਂ ਐਂ ਨਾ ਹੋ ਜਾਓ ਵੀ ਤੁਸੀਂ ਬਾਹਰ ਜਾਓ ਅਤੇ ਤੁਸੀਂ ਉੱਥੋਂ ਇਨਫੈਕਟਡ ਹੋ ਜਾਓ। ਠੀਕ ਹੈ ਜੀ। ਇਹ ਕਿਉਂਕਿ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੋਇਆ ਪਿਆ ਕਿਉਂਕਿ ਤੁਹਾਨੂੰ ਖੰਘ ਦੇ ਜ਼ੁਕਾਮ ਹੋਇਆ ਪਿਆ। ਹੁਣ ਜੇ ਤੁਸੀਂ ਬਾਹਰ ਨਿਕਲੋਗੇ ਤਾਂ ਇਹ ਏਅਰਬੋਰਨ ਹੈ, ਹਵਾ ਦੇ ਵਿੱਚ ਤੁਰਿਆ ਫਿਰਦਾ ਹੈ। ਹਵਾ ਦੇ ਵਿੱਚ ਮਤਲਬ ਕਿਸੇ ਤੋਂ ਹੋ ਸਕਦਾ, ਚਲੋ ਹਵਾ 'ਚ ਮੈਂ ਐਂ ਨਹੀਂ ਕਹਿੰਦਾ ਵੀ ਸਿੱਧਾ ਹਵਾ 'ਚ ਹੋਊਗਾ। ਠੀਕ ਹੈ। ਤਾਂ ਜੇ ਤੁਹਾਡੇ ਕੋਲ ਦੀ ਵੀ ਕੋਈ ਲੰਘੂਗਾ ਤਾਂ ਮੇ ਵੀ ਤੁਹਾਨੂੰ ਪਹਿਲਾਂ ਹੋ ਜਾਊਗਾ। ਗਾਹਾਂ ਤੁਸੀਂ ਹੌਸਪੀਟਲ ਜਾਓਗੇ ਉੱਥੇ ਕੋਈ ਨਾ ਕੋਈ ਮੇ ਵੀ ਕੇਸ ਹੋ ਸਕਦਾ। ਠੀਕ ਹੈ ਜੀ ਗੱਲ। ਡਾਕਟਰ ਤਾਂ ਵਿਚਾਰੇ ਆਪਦੀ ਜਾਨ 'ਤੇ ਜਿਵੇਂ ਕਹਿੰਦੇ ਹੁੰਦੇ ਹੈ ਹੱਥ ਦੇ ਵਿੱਚ ਜਾਨ ਰੱਖ ਕੇ ਵਿਚਾਰੇ ਤੁਰੇ ਹੀ ਫਿਰਦੇ ਆ। ਠੀਕ ਹੈ। ਅੱਛਾ ਇਦੋਂ ਚੰਗਾ ਕਹਿੰਦਾ ਕੀ ਕਰੋ, ਸੈਲਫ ਐਕਸਰਸਾਈਜ਼ ਕਰੋ ਕਹਿੰਦਾ। ਠੀਕ ਹੈ ਜੀ ਗੱਲ। ਇਦੋਂ ਚੰਗਾ ਕੀ ਕਰੋ ਕਹਿੰਦਾ ਐਂਡ ਸੈਲਫ ਠੀਕ ਹੈ ਨਾ ਕੁਆਰੰਟਾਈਨ ਯਾਨੀ ਕਿ ਆਪਦੇ ਆਪ ਨੂੰ ਇਕੱਲਾ ਕਰੋ, ਆਈਸੋਲੇਸ਼ਨ ਕਰੋ। ਠੀਕ ਹੈ ਜੀ। ਇਕੱਲਾ ਰੱਖੋ ਆਪਦੇ ਆਪ ਨੂੰ। ਕੰਸਲਟ ਯੂਅਰ ਡਾਕਟਰ ਓਵਰ ਦਾ ਫੋਨ ਐਂਡ ਫੋਲੋ ਦੇਅਰ ਐਡਵਾਈਸ। ਹਾਂ ਜੀ ਤੁਹਾਨੂੰ ਕੋਈ ਖੰਘ ਜ਼ੁਕਾਮ ਹੈ ਤਾਂ ਡਾਕਟਰ ਨਾਲ ਗੱਲ ਕਰੋ। ਠੀਕ ਹੈ। ਡਾਕਟਰ ਨਾਲ ਗੱਲ ਕਰਕੇ ਜਿਵੇਂ ਉਹ ਡਾਕਟਰ ਸਾਹਿਬ ਕਹਿੰਦੇ ਨੇ ਤਾਂ ਉਵੇਂ ਹੈ ਜਿਹੜੀ ਤੁਸੀਂ ਉਹ ਗੱਲ ਕਰੋ ਜੀ। ਤਾਂ ਅੱਗੇ ਚੱਲਦੇ ਜੀ 17ਵੇਂ 'ਤੇ। 17ਵਾਂ ਕੀ ਕਹਿੰਦਾ ਜੀ, ਯੂ ਕੈਨ ਅਵੋਇਡ ਦਾ ਵਾਇਰਸ ਬਾਈ ਡਰਿੰਕਿੰਗ ਵਾਰਮ ਵਾਟਰ ਐਵਰੀ 15 ਮਿੰਟ। ਕਹਿੰਦਾ ਹੁਣ ਕੁਛ ਲੋਕ ਕਹਿੰਦੇ ਨੇ ਜੀ ਹਰ 15 ਮਿੰਟਾਂ ਬਾਅਦ ਗਰਮ ਪਾਣੀ ਪੀਓ ਤੁਹਾਨੂੰ ਕਰੋਨਾ ਨਹੀਂ ਹੁੰਦਾ। ਤਾਂ ਇਹਨਾਂ ਨੇ ਕਿਹਾ ਜੀ ਇਹ ਵੀ ਝੂਠ ਹੈ ਜੀ। ਇਹ ਵੀ ਸਾਰਾ ਝੂਠ ਫੈਲਿਆ ਹੋਇਆ। ਦੇਅਰਸ ਨੋ ਐਵੀਡੈਂਸ ਬਟ ਸਪੋਰਟ ਠੀਕ ਹੈ ਨਾ ਦੀਜ਼ ਕਲੇਮ। ਠੀਕ ਹੈ। ਕਹਿੰਦਾ ਸਬੂਤ ਕੋਈ ਨਹੀਂ ਮਿਲਦਾ ਪਰ ਅਸੀਂ ਫਿਰ ਵੀ ਇਸ ਕਲੇਮ ਦਾ ਸਪੋਰਟ ਕਰਦੇ ਹਾਂ। ਕਿਉਂ ਕਰਦੇ ਹਾਂ? ਕੀਪਿੰਗ ਹੁਣ ਵਨ ਸੈਲਫ ਵੈਲ ਹਾਈਡਰੇਟਡ ਇਜ਼ ਆਲਵੇਜ਼ ਬੈਟਰ। ਹਾਈਡਰੇਟਡ ਮਤਲਬ ਪਾਣੀ ਦੀ ਮਾਤਰਾ ਨੂੰ ਸਰੀਰ ਦੇ ਵਿੱਚ ਵਧਾ ਕੇ ਰੱਖਣਾ। ਠੀਕ ਹੈ। ਵੀ ਜੇ ਤੁਸੀਂ ਪਾਣੀ ਦੀ ਮਾਤਰਾ ਨੂੰ ਸਰੀਰ 'ਚ ਵਧਾ ਕੇ ਰੱਖੋਗੇ ਤਾਂ ਤੁਹਾਨੂੰ ਕੀ ਕਰੂਗਾ, ਇਹ ਹੈਲਦੀ ਹੀ ਬਣਾਊਗਾ। ਤਾਂ ਅਸੀਂ ਇਸ ਗੱਲ ਦੀ ਕਹਿੰਦਾ ਵੀ ਮਤਲਬ ਇਸ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਮਤਲਬ ਗੱਲ ਕਰੋਨਾ ਵਾਇਰਸ ਵਾਸਤੇ ਇਹ ਝੂਠ ਹੈ ਪਰ ਤੁਹਾਨੂੰ ਹੈਲਦੀ ਰੱਖੂਗਾ, ਇਹ ਠੀਕ ਹੈ। ਅੱਗੇ ਚੱਲਦੇ ਜੀ 18ਵਾਂ। ਓਨਲੀ ਪੀਪਲ ਵਿਦ ਦ ਸਿੰਪਟਮ ਆਫ COVID-19 ਕੈਨ ਸਪਰੈਡ ਦਾ ਡਿਸੀਜ਼ਜ਼। ਕੀ ਕਹਿੰਦਾ ਵੀ ਜਿਨ੍ਹਾਂ ਨੂੰ COVID-19 ਹੋਇਆ ਹੈ ਕੀ ਸਿਰਫ ਉਹੀ ਫੈਲਾ ਸਕਦੇ ਹੈ? ਈਵਨ ਪੀਪਲ ਵਿਦ COVID-19 ਇਨਫੈਕਸ਼ਨ ਬਟ ਨੋ ਸਿੰਪਟਮ ਕੈਨ ਸਪਰੈਡ ਦਾ ਡਿਸੀਜ਼ਜ਼। ਕਹਿੰਦਾ ਵੀ ਇਸ ਵਾਸਤੇ ਵੀ ਆਪਾਂ ਨੂੰ ਕੋਈ ਅਜੇ ਸਬੂਤ ਨਹੀਂ ਮਿਲੇ ਵੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਸਾਨੂੰ ਕਿੱਥੋਂ ਹੋ ਗਿਆ। ਠੀਕ ਹੈ ਜੀ। ਵੀ ਸਾਨੂੰ ਕਿੱਥੋਂ ਹੋ ਗਿਆ ਉਹਨਾਂ ਨੂੰ ਨਹੀਂ ਪਤਾ ਸਾਨੂੰ ਇਹ ਕਰੋਨਾ ਕਿੱਥੋਂ ਹੋ ਗਿਆ। ਅਸੀਂ ਤਾਂ ਇਸ ਕਰਕੇ ਇਸ ਨੂੰ ਇਹ ਗੱਲ ਨੂੰ ਵੀ ਇਹ ਅਨਟਰੂ ਹੀ ਕਹਿੰਦੇ ਨੇ ਵੀ ਇਹ ਸਹੀ ਨਹੀਂ ਹੈ ਵੀ ਇਕੱਲਾ ਉਹੀ ਫੈਲਾ ਸਕਦਾ ਹੈ। ਉਹ ਮਤਲਬ ਤੁਹਾਡੇ ਕਿਸੇ ਥਾਂ ਨੂੰ ਹੱਥ ਲਾਉਣ ਨਾਲ ਠੀਕ ਹੈ ਜੇ ਕਿਤੇ ਟੱਚ ਕਰਨ ਨਾਲ ਵੀ ਉਹ ਤੁਹਾਨੂੰ ਜਿਹੜਾ ਉਹ ਫੈਲ ਸਕਦਾ ਜੀ। ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ 9ਵਾਂ ਝੂਠ ਜਿਹੜਾ ਦੇਖੋ, ਪੈਟਸ ਐਟ ਹੋਮ ਕੈਨ ਸਪਰੈਡ ਦਾ ਨਿਊ ਕਰੋਨਾ ਵਾਇਰਸ। ਕਹਿੰਦਾ ਵੀ ਜਿਹੜੇ ਘਰੇ ਪਾਲਤੂ ਆਪਾਂ ਜਾਨਵਰ ਰੱਖੇ ਹੋਏ ਨੇ ਕਹਿੰਦਾ ਕੀ ਉਹ ਇਹ ਬਿਮਾਰੀ ਫੈਲਾਉਂਦੇ ਨੇ? ਤਾਂ ਦੇਖੋ ਜੀ ਦੇਅਰ ਇਜ਼ ਨੋ ਐਵੀਡੈਂਸ that pet such as dog cat can infected with the new corona virus। ਠੀਕ ਹੈ ਜੀ। ਇਹੋ ਜਿਹਾ ਹੁਣ ਤੱਕ ਕੋਈ ਕੇਸ ਨਹੀਂ ਮਿਲਿਆ, ਕੋਈ ਸਬੂਤ ਨਹੀਂ ਮਿਲਿਆ ਜਿਹਦੇ ਰਾਹੀਂ ਕਿਸੇ ਨੂੰ ਕਰੋਨਾ ਆਪਦੇ ਬਿੱਲੀ ਤੋਂ, ਆਪਦੇ ਕੁੱਤੇ ਤੋਂ ਜਾਂ ਆਪਦੇ ਕਿਸੇ ਹੋਰ ਜਾਨਵਰ ਤੋਂ ਜਿਹੜਾ ਹੈ ਉਹ ਹੋਇਆ ਹੋਵੇ। ਹਾਊਐਵਰ ਇਟ ਇਜ਼ ਆਲਵੇਜ਼ ਏ ਗੁੱਡ ਆਈਡੀਆ ਟੂ ਵਾਸ਼ ਯੂਅਰ ਹੈਂਡ ਵਿਦ ਸੋਪ ਐਂਡ ਵਾਟਰ ਆਫਟਰ ਗੈਟਿੰਗ ਇਨ ਕੰਟੈਕਟ ਵਿਦ ਯੂਅਰ ਪੈਟ। ਪਰ ਫਿਰ ਵੀ ਅਸੀਂ ਇਹ ਕਹਾਂਗੇ ਕਹਿੰਦਾ ਵੀ ਜੇਕਰ ਤੁਸੀਂ ਆਪਦੇ ਜਾਨਵਰ ਦੇ ਨਾਲ ਖੇਡ ਕੇ ਹਟਿਓ ਠੀਕ ਹੈ ਨਾ ਜਾਂ ਉਹਨਾਂ ਨੂੰ ਟੱਚ ਕਰਕੇ ਹਟਿਓ ਤਾਂ ਆਪਦੇ ਹੱਥ ਹੈ ਜਿਹੜੇ ਉਹ ਜ਼ਰੂਰ ਧੋਵੋ। ਠੀਕ ਹੈ ਨਾ ਸਾਬਣ ਦੇ ਨਾਲ, ਪਾਣੀ ਦੇ ਨਾਲ ਠੀਕ ਹੈ ਜਾਂ ਅਲਕੋਹਲ ਬੇਸਡ ਚੀਜ਼ਾਂ ਦੇ ਨਾਲ। ਤਾਂ ਅੱਗੇ ਚੱਲਦੇ ਜੀ 20ਵੇਂ 'ਤੇ। ਟੋਟਲ 20 ਬਣਾਏ ਨੇ ਇਹਨਾਂ ਨੇ, ਬਹੁਤ ਹੀ ਮੈਨੂੰ ਵਧੀਆ ਲੱਗੇ, ਮੈਨੂੰ ਇੰਨੇ ਚੰਗੇ ਲੱਗੇ। ਮੈਨੂੰ ਲੱਗਿਆ ਵੀ ਇਸ ਉੱਤੇ ਇੱਕ ਵੀਡੀਓ ਮੈਨੂੰ ਬਣਾਉਣੀ ਚਾਹੀਦੀ ਹੈ ਅਤੇ ਪੰਜਾਬੀ ਵਿੱਚ ਬਣਾਉਣੀ ਚਾਹੀਦੀ ਹੈ ਤਾਂ ਜੋ ਇਕੱਲੇ ਨੂੰ ਸਮਝ ਆ ਸਕੇ। ਜੇਕਰ ਮੈਂ ਫਿਰ ਵੀ ਲਾਸਟ 'ਤੇ ਗੱਲ ਕਹਾਂਗਾ ਵੀ ਜੇਕਰ ਮੈਂ ਕੋਈ ਗਲਤੀ ਕਰ ਗਿਆ ਹੋਵਾਂ ਠੀਕ ਹੈ ਕਿਉਂਕਿ ਮੈਂ ਡਾਕਟਰ ਨਹੀਂ ਹਾਂ, ਮੈਂ ਤਾਂ ਜੀ ਇੱਕ ਗ੍ਰੈਜੂਏਟ ਹੈ ਨਾ ਸਾਇੰਸ ਗ੍ਰੈਜੂਏਟ ਸਟੂਡੈਂਟ ਹਾਂ। ਠੀਕ ਹੈ। ਤਾਂ ਕਰਕੇ ਮੈਨੂੰ ਥੋੜ੍ਹਾ ਜਿਹਾ
ਚਾਹ ਹੁੰਦਾ ਹੈ, ਸ਼ੌਂਕ ਹੁੰਦਾ ਹੈ ਵੀ ਸਾਇੰਸ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਉਹ ਸਿੱਖਣ ਦਾ ਅਤੇ ਸਿਖਾਉਣ ਦਾ। ਠੀਕ ਹੈ ਜੀ। ਤਾਂ ਜੇ ਕੋਈ ਗਲਤੀ ਹੋਵੇ ਤਾਂ ਮੈਂ ਮਾਫੀ ਮੰਗਦਾ ਭਾਈ। ਠੀਕ ਹੈ, ਮੈਂ ਆਪਦੇ ਵੱਲੋਂ ਕੋਸ਼ਿਸ਼ ਇਹੀ ਕੀਤੀ ਹੈ ਵੀ ਜਿਹੜਾ ਇਹਦੇ ਵਿੱਚ ਲਿਖਿਆ ਹੈ ਉਹੀ ਸਭ ਨੂੰ ਸਮਝਾਇਆ ਜਾਵੇ। ਜੇ ਮੈਂ ਕੁਛ ਗਲਤ ਹੋ ਗਿਆ ਤਾਂ ਮੈਂ ਪਹਿਲਾਂ ਹੀ ਭਾਈ ਇਸ ਗੱਲ ਦੀ ਮਾਫੀ ਮੰਗਦਾ। ਠੀਕ ਹੈ, ਤਾਂ ਬੀਮੇ 'ਤੇ ਚੱਲਦੇ ਆ ਜੀ। ਟੈਬ ਹਾਈਡਰੋਕਸੀ ਕਲੋਰੋਕੁਨਾਈਨ ਕੈਨ ਪ੍ਰੀਵੈਂਟ ਕੋਵਿਡ-19। ਹਾਈਡਰੋਕਸੀਕਲੋਰਨ ਕਹਿੰਦੇ ਨੇ, ਜਿਹੜੀ ਅਮਰੀਕਾ ਨੇ ਮੰਗਾਈ ਸੀ ਜੀ ਭਾਰਤ ਤੋਂ। ਠੀਕ ਹੈ, ਕਹਿੰਦੇ ਕੀ ਉਹ ਆਪਾਂ ਨੂੰ ਕੋਵਿਡ-19 ਲਈ ਠੀਕ ਹੈ? ਤਾਂ ਇਹਦਾ ਉੱਤਰ ਵੀ ਹੈ ਜੀ ਨਹੀਂ। ਡੋਂਟ ਸੈਲਫ ਮੈਡੀਕੇਟ। ਠੀਕ ਹੈ ਨਾ, ਆਪਣੇ ਆਪ ਕਹਿੰਦਾ ਕੋਈ ਦਵਾਈ ਨਾ ਲਓ। ਇਟ ਕੈਨ ਲੀਡ ਟੂ ਸੀਰੀਅਸ ਕੰਪਲੀਕੇਸ਼ਨ। ਇਹ ਤੁਹਾਨੂੰ ਕਹਿੰਦਾ ਮਤਲਬ ਹੋਰ ਵੀ ਜ਼ਿਆਦਾ ਹੈ ਮਤਲਬ ਇਫੈਕਟ ਕਰ ਸਕਦੀ ਹੈ, ਸੀਰੀਅਸ ਕਰ ਸਕਦੀ ਹੈ ਕਿਸੇ ਬਿਮਾਰੀ ਪ੍ਰਤੀ। ICMR ਗਾਈਡਲਾਈਨਸ ਆਰ ਲਿਮਟਡ ਓਨਲੀ ਫॉर ਹੈਲਥ ਕੇਅਰ ਪ੍ਰੋਫੈਸ਼ਨਲ ਹੂ ਆਰ ਇਨ ਕੰਟੈਕਟ ਵਿਦ ਪੋਜ਼ਿਟਿਵ ਪੇਸ਼ੈਂਟ। ਠੀਕ ਹੈ ਜੀ, ਇਹ ਉਹਨਾਂ ਦੇ ਵਾਸਤੇ ਨੇ ਜੀ। ਠੀਕ ਹੈ, ਜਿਹੜੇ ਮਤਲਬ ਜਿਹੜੇ ਕਹਿੰਦਾ ਮਤਲਬ ਕੋਵਿਡ-19 ਪੋਜ਼ਿਟਿਵ ਨੇ, ਜਿਹੜੇ ਉਹਨਾਂ ਦੀ ਕੇਅਰ ਕਰ ਰਹੇ ਨੇ। ਠੀਕ ਹੈ, ਉਹਨਾਂ ਦਾ ਮੈਨੂੰ ਲੱਗਦਾ ਇਹ ਇਮਿਊਨ ਸਿਸਟਮ ਵਧਾਉਣ ਵਾਸਤੇ ਹੋਣਗੀਆਂ ਜੀ। ਤਾਂ ਇਹ ਕਹਿੰਦੇ ਜੀ ਇਹ ਕੋਵਿਡ-19 ਦਾ ਇਲਾਜ ਨਹੀਂ ਹੈ ਜੀ। ਠੀਕ ਹੈ ਜੀ, ਤਾਂ ਅੱਗੇ ਦੇਖੋ ਕਨਕਲੂਜ਼ ਕੀ ਕਰਦੇ ਨੇ। ਪ੍ਰੋਟੈਕਟ ਯੋਰਸੈਲਫ ਐਂਡ ਅਦਰ। ਆਪਦੇ ਆਪ ਨੂੰ ਬਚਾਓ, ਦੂਜਿਆਂ ਨੂੰ ਬਚਾਓ। ਫੋਲੋ ਡੂ ਐਂਡ ਡੋਂਟਸ। ਤਾਂ ਡੂ ਕੀ ਕਰੋ? ਠੀਕ ਹੈ ਨਾ, ਪ੍ਰੈਕਟਿਸ ਫਰੀਕੁਐਂਟ ਹੈਂਡ ਵਾਸ਼ਿੰਗ। ਲਗਾਤਾਰ ਹੱਥ ਧੋਵੋ, ਹੈਂਡ ਵਾਸ਼ਿੰਗ ਵਿਦ ਸੋਪ ਐਂਡ ਵਾਟਰ ਔਰ ਯੂਜ਼ ਅਲਕੋਹਲ ਬੇਸਡ ਹੈਂਡ ਰਬ। ਵਾਸ਼ ਹੈਂਡ ਈਵਨ ਇਫ ਦੇ ਆਰ ਵਿਜ਼ੀਬਲੀ ਕਲੀਨ। ਹੈ ਨਾ, ਫਿਰ ਵੀ ਕਹਿੰਦਾ ਹੱਥ ਧੋਵੋ ਜੇ ਤੁਹਾਨੂੰ ਲੱਗਦਾ ਇਹ ਸਾਫ਼ ਨਹੀਂ। ਸੀ ਏ ਡਾਕਟਰ ਇਫ ਯੂ ਫੀਲ ਅਨਵੈਲ। ਜੇਕਰ ਤੁਹਾਨੂੰ ਲੱਗਦਾ ਤੁਹਾਨੂੰ ਬੁਖਾਰ ਹੈ, ਡਿਫੀਕਲਟ ਬਰੀਥਿੰਗ, ਸਾਹ ਲੈਣ 'ਚ ਦਿੱਕਤ ਹੈ, ਖੰਘ ਹੈ, ਤਾਂ ਡਾਕਟਰ ਨੂੰ ਮਿਲੋ। ਵਾਈਲ ਵਿਜ਼ਿਟਿੰਗ ਏ ਡਾਕਟਰ ਵੀਅਰ ਏ ਮਾਸਕ ਕਲੋਥ ਟੂ ਕਵਰ ਯੂਅਰ ਮਾਊਥ ਐਂਡ ਨੋਜ਼। ਜੇ ਤੁਸੀਂ ਡਾਕਟਰ ਨੂੰ ਮਿਲਣ ਵੀ ਜਾਂਦੇ ਹੋ ਤਾਂ ਵੀ ਤੁਸੀਂ ਆਪਦਾ ਜਿਹੜਾ ਮਾਸਕ ਪਾ ਕੇ ਜਾਓ ਜਾਂ ਰੁਮਾਲ ਬੰਨ੍ਹ ਕੇ ਜਾਓ। ਤੁਸੀਂ ਆਪਦਾ ਨੱਕ ਅਤੇ ਮੂੰਹ ਹੈ ਜਿਹੜਾ ਉਹ ਢੱਕ ਕੇ ਜਾਓ ਜੀ। ਅੱਗੇ ਚੱਲਦੇ ਹਾਂ। ਠੀਕ ਹੈ ਨਾ, ਇਹ ਡੂਜ਼ ਲਿਖਿਆ ਇਹ ਵੀ ਕਰਨ ਵਾਸਤੇ। ਕਵਰ ਯੂਅਰ ਨੋਜ਼ ਐਂਡ ਮਾਊਥ ਵਿਦ ਹੈਂਡਕਰਚੀਫ। ਹੈਂਕੀ ਦੇ ਨਾਲ ਆਪਦਾ ਮੂੰਹ ਜਾਂ ਨੱਕ ਢੱਕ ਕੇ ਰੱਖੋ। ਟੀਸ਼ੂ ਵਾਈਲ ਸਨੀਜ਼ਿੰਗ ਐਂਡ ਕਫਿੰਗ। ਠੀਕ ਹੈ, ਜਦੋਂ ਵੀ ਤੁਸੀਂ ਖੰਘ ਜਾਂ ਜ਼ੁਕਾਮ ਕਰਦੇ ਹੋ। ਠੀਕ ਹੈ, ਅੱਛਾ। ਥਰੋ ਯੂਜ਼ਡ ਟੀਸ਼ੂ ਇਨਟੂ ਕਲੋਜ਼ਡ ਬਿਨਸ ਇਮੀਡੀਏਟਲੀ ਆਫਟਰ ਯੂਜ਼। ਜੇ ਤੁਸੀਂ ਟੀਸ਼ੂ ਦੇ ਨਾਲ ਵੀ, ਠੀਕ ਹੈ ਨਾ, ਟੀਸ਼ੂ ਪੇਪਰ ਜਿਹੜਾ ਹੁੰਦਾ, ਟੀਸ਼ੂ ਪੇਪਰ ਦੇ ਨਾਲ ਵੀ ਜੇਕਰ ਤੁਸੀਂ ਉਹ ਵਰਤਿਆ ਹੈ ਤਾਂ ਉਸ ਨੂੰ ਡਸਟਬਿਨ ਦੇ ਵਿੱਚ ਪਾਓ। ਠੀਕ ਹੈ ਨਾ। ਅਵੋਇਡ ਪਾਰਟੀਸਪੇਟਿੰਗ ਇਨ ਲਾਰਜ ਗੈਦਰਿੰਗ। ਕਿੱਥੇ ਜਿੱਥੇ ਕਿਤੇ ਇਕੱਠ ਹੁੰਦਾ ਹੈ ਉੱਥੇ ਨਾ ਜਾਓ ਜੀ। ਠੀਕ ਹੈ ਜੀ ਗੱਲ। ਤਾਂ ਡੋਂਟ ਕੀ ਨਾ ਕਰੋ, ਕਹਿੰਦੇ ਹੈਵ ਏ ਕਲੋਜ਼ ਕੰਟੈਕਟ ਵਿਦ ਐਨੀਵਨ। ਤੁਹਾਡਾ ਕਿਸੇ ਨਾਲ ਕਲੋਜ਼ ਕੰਟੈਕਟ ਨਾ ਕਰੋ। ਠੀਕ ਹੈ ਨਾ। ਇਫ ਯੂ ਆਰ ਐਕਸਪੀਰੀਅੰਸ ਕਫ ਐਂਡ ਫੀਵਰ। ਜੇ ਤੁਹਾਨੂੰ ਖੰਘ ਜ਼ੁਕਾਮ ਹੈ ਤਾਂ ਕਿਸੇ ਦੇ ਨੇੜੇ ਨਾ ਲੱਗੋ ਜੀ, ਕਿਸੇ ਨੂੰ ਹੱਥ ਨਾ ਮਿਲਾਓ। ਠੀਕ ਹੈ ਨਾ, 2 ਮੀਟਰ ਦੀ ਘੱਟੋ ਘੱਟ ਉਹ ਤੋਂ ਹੈ ਜਿਹੜੀ ਦੂਰੀ ਬਣਾ ਕੇ ਰੱਖੋ। ਟੱਚ ਯੂਅਰ ਆਈਜ਼ ਐਂਡ ਨੋਜ਼ ਐਂਡ ਮਾਊਥ। ਠੀਕ ਹੈ, ਆਪਦੀਆਂ ਨੱਕ, ਨੋਜ਼ ਅਤੇ ਮੂੰਹ ਨੂੰ, ਅੱਖਾਂ ਨੂੰ ਜਿਹੜਾ ਹੱਥ ਨਾ ਲਾਓ। ਠੀਕ ਹੈ ਨਾ। ਸਪਿਟ ਇਨ ਪਬਲਿਕ। ਠੀਕ ਹੈ, ਅਤੇ ਪਬਲਿਕ ਦੇ ਵਿੱਚ ਨਾ ਜਾਓ ਜੀ। ਤਾਂ ਇਹ ਸੀ ਜਿਹੜੀ ਵੀਡੀਓ। ਠੀਕ ਹੈ, ਇਹ ਸੀਗਾ ਜੀ ਮਿਥ ਔਨ ਕੋਵਿਡ-19 ਉੱਤੇ। ਦਾ ਵੀਡੀਓ ਟੇਕ ਅਬਾਊਟ ਸਮ ਕਾਮਨ ਮਿਥ ਐਸੋਸੀਏਟਡ ਵਿਦ ਕੋਵਿਡ-19। ਇਹ ਉਹਨਾਂ ਨੇ ਹੀ ਬਣਾਈ ਹੋਈ ਹੈ ਜੀ। ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ। ਇਹ ਮੈਂ ਨਵਾਂ ਪੰਜਾਬੀ 'ਚ ਬਣਾਈ ਹੈ ਤਾਂ ਜੋ ਆਪਾਂ ਨੂੰ ਸਮਝ ਆ ਸਕੇ। ਬਹੁਤ ਸਾਰੇ ਲੈਸਨ ਉਹਨਾਂ ਨੇ ਦਿੱਤੇ ਹੋਏ ਨੇ, ਆਪਾਂ ਨੂੰ ਸਾਰੇ ਹੀ ਹੈ ਜਿਹੜੇ ਉਹ ਦੇਖਣੇ ਚਾਹੀਦੇ ਨੇ ਜੀ। ਚਲੋ ਜੀ, ਥੈਂਕ ਯੂ ਜੀ।